ਰਾਮਦਾਸ ਅਰਜਨ ਗੁਰੂ ਹਰਿ ਸ਼੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਗ ਧਾਰ। ਦੋਹਰਾ ਸ਼੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਿਓ ਉਪਦੇਸ਼। ਸਿਮਰਤ ਹੈ ਸਤਿਨਾਮ ਕੋ ਮੇਟਤ ਸਕਲ ਕਲੇਸ਼। ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਆਪਾਂ ਸਾਰੇ ਸਰੀਰ ਧਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਸ਼ਹੀਦਾਂ ਦੇ ਪਵਿੱਤਰ ਸਥਾਨ ਵਿਖੇ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਹੋ ਕਰ ਸਤਿਗੁਰੂ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਵਾਰਤਾ ਵਿਚਾਰਨ ਤੇ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਕੱਲ੍ਹ ਆਪਾਂ ਪ੍ਰਸੰਗ ਵਿੱਚ ਵਿਚਾਰਨਾ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਭਾਈ ਬਹੁੜੇ ਨਾਮੀ ਸੁਨਿਆਰ ਨੇ ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਮੇਰੀ ਕਿਰਤ ਸ਼ੁੱਧ ਨਹੀਂ, ਆਪ ਉਪਦੇਸ਼ ਦਿਓ। ਸਤਿਗੁਰੂ ਦੇ ਭਾਈ ਬਹੁੜੇ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹੈ ਅਤੇ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹੈ। ਇਹ ਬੜੇ ਵਿਸਥਾਰ ਨਾਲ ਪ੍ਰਸੰਗ ਵਿਚਾਰਿਆ ਸੀ। ਆਓ ਅਗਲੇ ਪ੍ਰਸੰਗ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ਼੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਿਓ ਉਪਦੇਸ਼। ਸਿਮਰਤ ਹੈ ਸਤਿਨਾਮ ਕੋ ਮੇਟਤ ਸਕਲ ਕਲੇਸ਼। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਬੜੀ ਦਿਆਲਤਾ ਸਿੱਖਾਂ 'ਤੇ ਕਰਦੇ ਹੈ। ਬੜੇ ਸਿੱਖ ਸਤਿਗੁਰੂ ਦੇਵ ਜੀ ਤੋਂ ਉਪਦੇਸ਼ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਬਣਾਉਂਦੇ ਹੈ। ਗੁਰੂ ਗੁਰੂ ਜਪ ਕੇ ਆਪਣੇ ਜੀਵਨ ਦੇ ਕਲ ਕਲੇਸ਼ਾਂ ਦਾ ਨਿਵਾਰਨ ਕਰ ਰਹੇ ਹੈ। ਚਉਪਈ ਸੁਣ ਸੁਣ ਸ਼੍ਰੀ ਅਰਜਨ ਕੀ ਕੀਰਤ ਨਿਤ ਪ੍ਰਤ ਹੋਏ ਅਦਿਕ ਵਿਸਤੀਰਤ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਭਾਰੀ ਮਹਿਮਾ ਬਹੁਤ ਦੂਰ ਦਰਾਡੇ ਤੱਕ ਹੁਣ ਆਪ ਮੁਹਾਰੇ ਫੈਲ ਰਹੀ ਹੈ। ਸਿੱਖ ਸੰਗਤਾਂ ਸਤਿਗੁਰੂ ਜੀ ਦਾ ਭਾਰੀ ਗੁਣ ਗਾਇਨ ਕਰਦੀਆਂ ਨੇ। ਸ੍ਰੀ ਗੁਰ ਅਮਰਦਾਸ ਕੇ ਆਗੇ ਭਏ ਜੋ ਸਿੱਖ ਮਹਾ ਵਡ ਭਾਗੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਮੇਂ ਬੇਅੰਤੀ ਸਿੱਖਾਂ ਨੇ ਸਤਿਗੁਰੂ ਦੇਵ ਜੀ ਦੀ ਸਿੱਖੀ ਕਮਾਉਣਾ ਕੀਤੀ ਸੀ। ਹਰ ਸ੍ਰੀ ਰਾਮਦਾਸ ਤੇ ਕੋਈ ਪਾਏ ਸੋ ਮਤ ਹੋਏ ਸਿੱਖ ਜੋਈ। ਤੇ ਕਿੰਨੇ ਹੀ ਸਿੱਖ ਉਹ ਸਨ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਵਿੱਤਰ ਸ਼ਰਨ ਦੇ ਵਿੱਚੋਂ ਗੁਰਸਿੱਖੀ ਦਾ ਉਪਦੇਸ਼ ਧਾਰਨ ਕੀਤਾ ਸੀ। ਸ੍ਰੀ ਅੰਮ੍ਰਿਤ ਸਰ ਕੀ ਸੁਣਕਾਰ ਜਿਹ ਸੇਵੇ ਫਲ ਪਾਏ ਉਦਾਰ। ਤੇ ਸਤਿਗੁਰੂ ਦੇਵ ਜੀ ਦੀ ਹਜ਼ੂਰੀ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਤਾਈਂ ਆ ਕਰਕੇ ਬੇਅੰਤੀ ਸਿੱਖਾਂ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਕਰ ਬਖਸ਼ਿਸ਼ਾਂ ਹਾਸਲ ਕੀਤੀਆਂ। ਸੋ ਸਭ ਆਵਤ ਘਰ ਕੋ ਤਿਆਗੇ ਖਨ ਹੈ ਮ੍ਰਿਤਕਾ ਸੇਵਾ ਲਾਗੇ। ਅਤੇ ਵੱਡੀ ਤਾਦਾਦ ਵਿੱਚ ਉਦੋਂ ਵੀ ਸਿੱਖ ਸੇਵਕ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਆਉਂਦੇ ਰਹੇ ਤੇ ਅੰਮ੍ਰਿਤ ਸਰੋਵਰ ਦੀ ਸੇਵਾ ਕਰ ਜੀਵਨ ਸਫਲ ਕਰਦੇ ਰਹੇ। ਕੇਤਕ ਕਰਹਿ ਪਜਾਵਨ ਕਾਰ
ਮਾਟੀ ਚੀਕਨ ਲੇਹ ਸੁਧਾਰ। ਤੇ ਕਿੰਨੇ ਸਿੱਖ ਹੈ ਜਿਹੜੇ ਹੁਣ ਇੱਟਾਂ ਆਵਿਆਂ ਦੇ ਵਿੱਚ ਪਾ ਕੇ ਪਕਾਉਂਦੇ ਆ, ਤੇ ਕਿੰਨੇ ਉਹ ਸਿੱਖ ਨੇ ਜਿਹੜੇ ਚੀਕਣੀ ਮਿੱਟੀ ਦੀਆਂ ਇੱਟਾਂ ਹੁਣ ਘੜਦੇ ਹੈ। ਸੰਚੇ ਮਾਹੇ ਈਂਟ ਕਾ ਢਾਰੈ, ਸ਼ੋਸ਼ਕ ਕਰਨ ਕੋ ਇਤ ਉਤ ਧਾਰੈ। ਤੇ ਕਿੰਨੇ ਉਹ ਸਿੱਖ ਨੇ ਜਿਹੜੇ ਇੱਟਾਂ ਕੱਢਦੇ ਆ ਕੱਚੀਆਂ, ਤੇ ਫਿਰ ਉਹਨਾਂ ਇੱਟਾਂ ਨੂੰ ਆਵਿਆਂ ਵਿੱਚ ਪਾ ਕਰਕੇ ਪਕਾਉਣ ਦਾ ਇਹ ਸਫਲ ਕਾਰਜ ਕਰਦੇ ਹੈ। ਕੇਤਕ ਸਿਰ ਪਰ ਢੋਵਣ ਕਰਹੀ, ਜਹਾਂ ਪੁਜਾਵੈ ਤਹ ਲੈ ਧਰਹੀ। ਤੇ ਕਿੰਨੇ ਸਿੱਖ ਨੇ ਜਿਹੜੇ ਕੱਚੀਆਂ ਇੱਟਾਂ ਚੁੱਕ ਚੁੱਕ ਕੇ ਆਪਣੇ ਸਿਰਾਂ ਤੇ 2-2 4-4 ਆਵਿਆਂ ਦੇ ਵਿੱਚ ਜਾ ਕੇ ਪਾਉਂਦੇ ਹੈ, ਤਾਂ ਜੋ ਉੱਥੇ ਛੇਤੀ ਦੇ ਨਾਲ ਇੱਟਾਂ ਪੱਕ ਕੇ ਤਿਆਰ ਹੋ ਸਕਣ। ਕੇਤਕ ਗਹਿ ਕਰ ਨਿਜ ਮਤ ਸੰਗ, ਜਿਨਹਿ ਸੋ ਇੰਦਨ ਕਰਹਿ ਉਤੰਗ। ਤੇ ਕਿੰਨਿਆਂ ਨੇ ਹੁਣ ਇੱਟਾਂ ਹੁਣ ਬਣਾਉਣ ਦੇ ਲਈ ਹੁਣ ਗਾਰਾ ਹੁਣ ਤਿਆਰ ਕਰਨ ਦੀ ਸੇਵਾ ਆਪਣੇ ਜਿੰਮੇ ਲਈ ਹੈ। ਕਈ ਕੱਚੀਆਂ ਇੱਟਾਂ ਹੁਣ ਆਵਿਆਂ ਦੇ ਤਾਈਂ ਜਾ ਕੇ ਪਾਉਂਦੇ, ਕਈ ਇੱਟਾਂ ਪਕਾਉਂਦੇ ਹੈ। ਇਉਂ ਹੁਣ ਆਪੋ ਆਪਣੇ ਤਾਈਂ ਸਾਰੇ ਸਿੱਖ ਇਹ ਵੱਡੀ ਸੇਵਾ ਦੇ ਵਿੱਚ ਤਤਪਰ ਨੇ। ਕੇਤਕ ਪੂਰਾ ਕਰੈ ਸਕੇਲਨ, ਈਂਟ ਪਕਾਵਨ ਹਿਤ ਕਰ ਮੇਲਨ। ਤੇ ਕਿੰਨੇ ਸਿੱਖ ਨੇ ਜਿਹੜਾ ਹੁਣ ਇੱਟਾਂ ਪਕਾਉਣ ਦੇ ਲਈ ਕੂੜਾ ਕਰਕਟ ਤੇ ਕੋਈ ਲੱਕੜ ਬਾਲਣ ਦੀ ਲੋੜ ਹੈ, ਕੋਇਲੇ ਅਤੇ ਆਦਿਕ ਦੀ, ਹੁਣ ਉਹ ਵੀ ਹੁਣ ਇਕੱਠਾ ਕਰਦੇ ਹੈ। ਹੋ ਭੋਜਨ ਨਿਜ ਘਰ ਤੇ ਖਾਏ, ਸਭ ਦਿਨ ਗੁਰੂ ਕੀ ਸੇਵ ਕਮਾਏ। ਤੇ ਭੋਜਨ ਪਦਾਰਥ ਸਿੱਖ ਬਹੁਤੇ ਆਪਣੇ ਘਰ ਤੋਂ ਛਕਦੇ ਹੈ, ਤੇ ਸੇਵਾ ਜਿਹੜੀ ਉਹ ਗੁਰੂ ਘਰ ਦੀ ਕਮਾਉਂਦੇ ਹੈ। ਕੇਤਕ ਦਰਬ ਅਰਪ ਹੈ ਆਏ, ਬ੍ਰਿੰਦ ਮਿਹਨਤੀ ਦੇਤ ਲਗਾਏ। ਤੇ ਕਿੰਨੇ ਉਹ ਸਿੱਖ ਨੇ ਜਿਨ੍ਹਾਂ ਦੇ ਕੋਲੇ ਸ਼ਰਮਾਇਆ ਹੈ ਮਾਇਆ ਹੈ, ਜਿਹੜੀ ਮਾਇਆ ਸਤਿਗੁਰੂ ਜੀ ਨੂੰ ਆ ਕੇ ਅਰਪਣ ਕਰਦੇ ਹੈ, ਤੇ ਮਾਇਆ ਦੇ ਦੁਆਰਾ ਆਪਣੇ ਤਾਈਂ ਹੁਣ ਸਿੱਖ ਸੇਵਕਾਂ ਨੂੰ ਉਪਜੀਵਕਾ ਦੇ ਲਈ ਦੇ ਦਿੰਦੇ ਹੈ ਤੇ ਸੇਵਾ ਕਰਵਾਉਂਦੇ ਹੈ। ਕੇਤਕ ਦੇਗ ਆਹਾਰ ਕਰਨ ਤੇ, ਸਰ ਕੀ ਸੇਵਾ ਲਗੇ ਰਹੰਤੇ। ਤੇ ਕਿੰਨੇ ਸੇਵਕ ਨੇ ਜਿਹੜੇ ਸਤਿਗੁਰੂ ਦੇਵ ਜੀ ਦੇ ਤਾਈਂ ਹੁਣ ਸੇਵਾ ਦੇ ਵਿੱਚ ਲੱਗੇ ਹੋਏ ਹੈ, ਤੇ ਨਾਲ ਨਾਲ ਹੁਣ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵੀ ਕਰ ਰਹੇ ਹੈ, ਤੇ ਲੰਗਰ ਦੇ ਵਿੱਚੋਂ ਜਲ ਪਾਣੀ ਨਿਰਵਾਹ ਮਾਤਰ ਛਕ ਲੈਂਦੇ ਹੈ। ਕੇਤਕ ਅਜ਼ਮਤ ਕੇ ਜੁਤ ਭਾਰੀ, ਜਾਏ ਨਿਸ਼ਾ ਨਿਜ ਸਦਨ ਮਝਾਰੀ। ਤੇ ਕਈ ਵੱਡੇ ਹੁਣ ਪ੍ਰਤਾਪੀ ਹੈ, ਤੇ ਜਿਹੜੇ ਹੁਣ ਆਪਣੇ ਤਾਈਂ ਸਾਰਾ ਦਿਨ ਤੇ ਸੇਵਾ ਕਰਦੇ ਆ, ਫਿਰ ਰਾਤਰੀ ਸਮੇਂ ਕੁਝ ਵਿਸ਼ਰਾਮ ਘਰ ਜਾ ਕਰਦੇ ਆ, ਫਿਰ ਅੰਮ੍ਰਿਤ ਵੇਲੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਇਹ ਬਚਨਾਂ ਨੂੰ ਕਮਾਉਂਦੇ ਹੈ। ਹੋਤ ਭੋਰ ਕੋ ਆਵਤ ਸੋਈ, ਸਰ ਕੀ ਸੇਵ ਲਗੇ ਸਭ ਕੋਈ। ਇਉਂ ਫਿਰ ਜਦੋਂ ਸਵੇਰ ਹੁੰਦੀ ਹੈ, ਫਿਰ ਸਾਰੇ ਸਿੱਖ ਸੇਵਕ ਜਿਹੜੇ ਆਪਣੇ ਘਰੋਂ ਘਰੀ ਚਲੇ ਜਾਂਦੇ ਹੈ, ਉਹ ਅੰਮ੍ਰਿਤ ਵੇਲੇ ਆ ਕੇ ਜਿੱਥੇ ਗੁਰੂ ਦਰਬਾਰ ਵਿੱਚ ਸਤਿਗੁਰੂ ਦਾ ਦਰਸ਼ਨ ਦਿਦਾਰਾ ਪਾਉਂਦੇ ਹੈ, ਉੱਥੇ ਫਿਰ ਸੇਵਾ ਦੇ ਕੰਮ ਵਿੱਚ ਹਾਜ਼ਰ ਹੋ ਜਾਂਦੇ ਹੈ। ਸਫਲ ਜਨਮ ਆਪਣੇ ਕੋ ਜਨ ਹੈ, ਸਗਰੇ ਦਿਵਸ ਟਹਿਲ ਕੋ ਠਨ ਹੈ। ਸਾਰਾ ਦਿਨ ਸਿੱਖ ਬੜੇ ਚਾਅ ਨਾਲ ਸੇਵਾ ਕਰਦੇ ਆ, ਤੇ ਸੇਵਾ ਕਰਕੇ ਸਮਝਦੇ ਆ ਵੀ ਸਾਡਾ ਜੀਵਨ ਸਫਲ ਹੋ ਰਿਹਾ ਹੈ, ਤੇ ਇਸੇ ਲਈ ਮਹਾਰਾਜ ਬਾਣੀ ਵਿੱਚ ਪ੍ਰੇਰਨਾ ਕਰਦੇ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਤੇ ਇਉਂ ਸਤਿਗੁਰੂ ਦੇਵ ਜੀ ਦੀਆਂ ਭਾਰੀ ਬਖਸ਼ਿਸ਼ਾਂ ਇਹ ਸਿੱਖ ਸੇਵਕ ਹਾਸਲ ਕਰ ਰਹੇ ਹੈ। ਸਤਿਗੁਰ ਅਰਜਨ ਅੰਤਰ ਜਾਮੀ, ਜੋ ਸੇਵ ਹੈ ਸੋ ਜਨ ਹੈ ਸੁਆਮੀ। ਇਉਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹੁਣ ਸਭ ਸਿੱਖਾਂ ਦੇ ਜਾਣੂ ਨੇ, ਤੇ ਸਾਰੇ ਸੇਵਕ ਸਿੱਖ ਬੜੇ ਚਾਅ ਨਾਲ ਸੇਵਾ ਕਰਦੇ ਹੈ। ਮਹਾ ਮਹਾਤਮ ਚਹਿਤ ਬਿਥਾਰਾ, ਜੋ ਸਿੱਖ ਹੋਏ ਕਾਮਨਾ ਵਾਰਾ। ਤੇ ਸਤਿਗੁਰੂ ਦੇਵ ਜੀ ਇਹ ਮਹਾਨ ਕਾਰਜ ਦੀ ਹੁਣ ਜਿਹੜੀ ਵਡਿਆਈ ਉਹ ਸਾਰੇ ਹੁਣ ਪ੍ਰਗਟ ਕਰਨਾ ਚਾਹੁੰਦੇ ਹੈ, ਤਾਂ ਜੋ ਹੁਣ ਸਾਰੀਆਂ ਹੀ ਸਿੱਖ ਸੰਗਤਾਂ ਇੱਥੇ ਆ ਕੇ ਭਾਰੀ ਲਾਹੇ ਲੈਣ, ਤੇ ਸਭ ਸਤਿਗੁਰੂ ਜੀ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨ। ਇਸ ਜਗ ਕੇ ਸੁਖ ਸਭ ਬਿਦ ਦੀਨ, ਪੁੰਨ ਪਰਲੋਕ ਮਹਿ ਸ਼ੁਭ ਗਤ ਕੀਨ। ਅਤੇ ਸਤਿਗੁਰੂ ਦੇਵ ਜੀ ਦੀ ਹਜ਼ੂਰੀ ਵਿੱਚ ਬੇਅੰਤੀ ਨੇਮੀ ਪ੍ਰੇਮੀ ਆ ਕੇ ਸੇਵਾ ਕਰ ਰਹੇ ਆ, ਤੇ ਸੇਵਾ ਕਰਨ ਵਾਲਿਆਂ ਨੂੰ ਸਤਿਗੁਰ ਦੇਵ ਬਹੁਤ ਭਾਰੀ ਬਖਸ਼ਿਸ਼ਾਂ ਦੇ ਨਾਲ ਨਵਾਜਦੇ ਆ। ਸਤਿਗੁਰੂ ਦੇਵ ਜੀ ਨੇ ਜਿੱਥੇ ਬੇਅੰਤੀ ਸੰਸਾਰ ਦੇ ਸੁੱਖ ਪ੍ਰਦਾਨ ਕੀਤੇ ਹੋਏ ਆ, ਉੱਥੇ ਬੜੇ ਹੀ ਲੋਕ ਦੇ ਨਾਲ ਪਰਲੋਕ ਦੇ ਸੁੱਖ ਦੇ ਕੇ ਸਿੱਖਾਂ ਤਾਈਂ ਮੁਕਤੀ ਦੇ ਵੀ ਦਰਵਾਜ਼ੇ ਖੋਲ੍ਹੇ ਹੋਏ ਹਨ। ਇਸ ਪ੍ਰਕਾਰ ਸਰ ਕੀ ਨਿਤ ਕਾਰ, ਹੋਏ ਜਾਤ
ਖਨ ਵਹਿਰ ਨਿਕਾਰ। ਇਸ ਪ੍ਰਕਾਰ ਅੰਮ੍ਰਿਤ ਸਰੋਵਰ ਦੀ ਬੜੀ ਵੱਡੀ ਤਾਦਾਦ ਵਿੱਚ ਸਿੱਖ ਸੰਗਤਾਂ ਸੇਵਾ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਨੇ। ਜੇ ਸਿੱਖ ਲੰਮੇ ਦੇਸ਼ ਮਝਾਰ, ਤਨੀ ਘੇਪ ਜੇ ਪੇਠੋ ਹਾਰ। ਸਤਿਗੁਰੂ ਦੇਵ ਜੀ ਦੇ ਜਿਹੜੇ ਸਿੱਖ ਲੰਮਾ ਦੇਸ਼ ਪੇਸ਼ਾਵਰ ਤੇ ਅਟਕ ਦਾ ਜਿਹੜਾ ਇਲਾਕਾ ਸੀ ਨਾ, ਪੂਰਬੀ ਉੱਤਰ ਪੱਛਮੀ, ਹੁਣ ਇਹ ਇਲਾਕੇ ਨੂੰ ਹੁਣ ਲੰਮਾ ਦੇਸ਼ ਕਿਹਾ ਜਾਂਦਾ। ਇੱਧਰ ਦੇ ਬੜੇ ਸਿੱਖ ਧਨੀ ਸਨ ਤੇ ਆਪਣੇ ਤਾਂ ਹੀ ਜੇਹਲਮ ਦਾ ਜਿਹੜਾ ਇਲਾਕਾ ਸੀ, ਹੁਣ ਕੈਬਲਪੁਰ ਦਾ, ਇੱਧਰਲੇ ਬੜੀ ਭਾਰੀ ਗਿਣਤੀ ਵਿੱਚ ਪੋਠੋਹਾਰ ਦੇ ਸਿੱਖ ਇੱਧਰ ਆ ਕੇ ਹੁਣ ਸੇਵਾ ਕਮਾ ਰਹੇ ਸੀ। ਤਖਤ ਹਜ਼ਾਰਾ ਛਛ ਹਜ਼ਾਰਾ, ਕਾਬਲ ਨਗਰ ਪਿਸ਼ੌਰ ਕੰਧਾਰਾ। ਸਤਿਗੁਰੂ ਦੇਵ ਜੀ ਦੀ ਹਜ਼ੂਰੀ ਵਿੱਚ ਤਖਤ ਹਜ਼ਾਰਾ, ਬਲਖ ਬੁਖਾਰਾ ਤੇ ਸ਼ਾਹਪੁਰ ਤੇ ਅਟਕ ਦੇ ਨੇੜਲਾ ਜਿਹੜਾ ਇਲਾਕਾ, ਹੁਣ ਕਾਬਲ ਸ਼ਹਿਰ, ਪਿਸ਼ੌਰ, ਕੰਧਾਰ, ਇਹ ਸਾਰੇ ਲਹਿੰਦੇ ਪਾਕਿਸਤਾਨ ਵਿੱਚ ਚਲੇ ਗਏ ਆ। ਇਹ ਅਜੋਕੇ ਪਾਕਿਸਤਾਨ ਦਾ ਜਿਹੜਾ ਪੰਜਾਬ ਪ੍ਰਾਂਤ ਹੈ ਨਾ, ਉਹਦੇ ਵਿੱਚ ਸਾਰੇ ਇਲਾਕੇ ਪੈਂਦੇ ਆ, ਕਿਉਂਕਿ ਇੱਧਰਲੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਹੁਣ ਸੇਵਾ ਕਰਦੀ ਸੀ। ਬਲਖ ਬੁਖਾਰਾ ਅਰ ਮੁਲਤਾਨ, ਇਤਿਆਦਿਕ ਪਸ਼ਚਮ ਦਿਸ਼ ਜਾਨ। ਬਲਖ ਬੁਖਾਰਾ, ਮੁਲਤਾਨ, ਸਿੰਧ, ਇਹ ਪੱਛਮ ਦਾ ਜਿਹੜਾ ਇਲਾਕਾ ਸੀ, ਹੁਣ ਇੱਥੇ ਹੁਣ ਆ ਕਰਕੇ ਸਿੱਖ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਸੇਵਾ ਕਰਦੇ। ਛਠੇ ਮਾਸ ਕੈ ਸੰਮਤ ਮਾਹੀ, ਦਰਸ਼ਨ ਕਰਨ ਆਏ ਗੁਰ ਪਾਹੀ। ਇਹ ਸਾਰੇ ਸਿੱਖ ਕਿਤੇ 6 ਮਹੀਨਿਆਂ ਤੋਂ, ਕਿਤੇ ਸਾਲ ਤੋਂ ਸਤਿਗੁਰੂ ਜੀ ਦਾ ਦਰਸ਼ਨ ਦੀਦਾਰਾ ਵੀ ਕਰਨ ਆਉਂਦੇ ਸੀ। ਤੇ ਸਤਿਗੁਰੂ ਦੇਵ ਜੀ ਸਾਰੇ ਸਿੱਖ ਸੇਵਕਾਂ ਨੂੰ ਬੇਅੰਤੀ ਦਾਤਾਂ ਦੇ ਕੇ ਕਰਤਾਰਥ ਪ੍ਰਸੰਨ ਕਰਦੇ। ਰਹਿ ਕੇਤਕ ਦਿਨ ਸੇਵਾ ਸਰ ਕੀ, ਕਰਹਿ ਪ੍ਰੇਮ ਧਰ ਸ਼ਰਧਾ ਉਰ ਕੀ। ਤੇ ਬੜੀ ਸ਼ਰਧਾ ਦੇ ਨਾਲ ਸਿੱਖ ਸੇਵਕ ਸੇਵਾ ਕਰਦੇ ਅੰਮ੍ਰਿਤ ਸਰੋਵਰ ਦੀ। ਬਹੁਰੋ ਸਤਿਗੁਰ ਕੇ ਢਿਗ ਆਏ, ਜਾਚਹਿ ਬਿਦਾ ਸਦਨ ਕੋ ਜਾਏ। ਤੇ ਹੁਣ ਜਿਹੜੇ ਸਿੱਖ ਸੇਵਕ ਆ ਕੇ ਸੇਵਾ ਦੇ ਕਾਰਜ ਵਿੱਚ ਹਾਜ਼ਰ ਹੁੰਦੇ, ਉਹ ਜਾਣ ਲੱਗੇ ਕੋਈ 2 ਦਿਨਾਂ ਬਾਅਦ, ਕੋਈ 4 ਦਿਨਾਂ ਬਾਅਦ, ਕੋਈ 6 ਦਿਨਾਂ ਬਾਅਦ, ਕੋਈ 10 ਦਿਨਾਂ ਬਾਅਦ ਜਦੋਂ ਜਾਂਦਾ ਨਾ ਸਿੱਖ ਸੇਵਕ ਸੇਵਾ ਕਰਕੇ ਮਹਾਰਾਜ ਤੋਂ ਆਗਿਆ ਲੈ ਕੇ ਵਾਪਸ ਜਾਂਦੇ, ਤੇ ਸਤਿਗੁਰ ਦੇ ਫਿਰ ਸਿੱਖਾਂ ਨੂੰ ਭਾਰੀ ਖੁਸ਼ੀਆਂ ਪ੍ਰਦਾਨ ਕਰਦੇ। ਸ੍ਰੀ ਅਰਜਨ ਤਿਨ ਸੋ ਤਬ ਕਹੈ, ਹੇ ਸਿੱਖ ਤੋ ਨੰਦਨ ਕੋ ਅਹੈ। ਅਰੇ ਸਤਿਗੁਰੂ ਦੇਵ ਜੀ ਜਾਣ ਲੱਗੇ ਸਿੱਖ ਨੂੰ ਪੁੱਛਦੇ, ਭਾਈ ਸਿੱਖਾ ਵੀ ਤੂੰ ਚੱਲਿਆ ਵਾਪਸ ਸੇਵਾ ਕਰਕੇ, ਵੀ ਤੇਰੇ ਘਰ ਹੁਣ ਗੁਰੂ ਨਾਨਕ ਨੇ ਕਿੰਨੇ ਪੁੱਤਰ ਪ੍ਰਦਾਨ ਕੀਤੇ ਹੈ। ਕਹਿ ਭਰਾਤਾ ਮਿਲ ਬਨਜ ਕਰੰਤੇ, ਕਬ ਕੇ ਸਿੱਖੀ ਆਪ ਧਰੰਤੇ। ਤੇ ਭਾਈ ਤੁਸੀਂ ਕਿੰਨੇ ਭਰਾ ਹੋ, ਕੀ ਵਣਜ ਵਪਾਰ ਕਰਦੇ ਹੋ, ਤੁਸੀਂ ਕਿਹੜੇ ਸਮੇਂ ਦੀ ਸਿੱਖੀ ਧਾਰਨ ਕੀਤੀ ਹੈ। ਹੁਣ ਇਹ ਸਵਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੁੱਛਿਆ ਕਰਦੇ। ਹਾਥ ਜੋਰ ਸੋ ਬਾਕ ਭਨੇ ਹੈ, ਪਿਤਾ ਪਿਤਾਮਾ ਸਿੱਖ ਬਨੇ ਹੈ। ਫਿਰ ਉਹ ਪੁੱਛਣ ਤੇ ਸਤਿਗੁਰੂ ਦੇਵ ਜੀ ਨੂੰ ਅੱਗੋਂ ਸਿੱਖ ਬੇਨਤੀਆਂ ਕਰਦੇ, ਮਹਾਰਾਜ ਵੀ ਮੈਂ ਤੁਹਾਡੇ ਤੋਂ ਸਿੱਖੀ ਧਾਰਨ ਕੀਤੀ ਹੈ। ਕੋਈ ਆਖਦਾ ਮਹਾਰਾਜ ਮੇਰੇ ਪਿਤਾ ਜੀ ਨੇ ਸਿੱਖੀ ਧਾਰਨ ਕੀਤੀ ਸੀ, ਕੋਈ ਕਹਿੰਦਾ ਮੇਰੇ ਦਾਦੇ ਨੇ। ਇਉਂ ਸਤਿਗੁਰੂ ਦੇਵ ਜੀ ਨੂੰ ਆਪੋ ਆਪਣੇ ਬਾਰੇ ਪੁੱਛਣ ਤੇ ਸਾਰੀ ਬੇਨਤੀ ਸਰੂਪ ਗੱਲ ਸਿੱਖ ਦੱਸਦੇ ਆ। ਪੁੱਤਰ 4 ਹੈ ਰਾਵਰ ਕਰਨਾ, ਬੈਠ ਦੁਕਾਨ ਬਨਜ ਕੋ ਕਰਨਾ। ਤੇ ਕੋਈ ਆਖਦਾ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ 4 ਪੁੱਤਰ ਹੈ, ਵੀ ਦੁਕਾਨਦਾਰੀ ਕਰਦਾ ਹੈ। ਸੁਣ ਸਤਿਗੁਰ ਤਹ ਸੋ ਫਰਮਾਏ, ਦਵੈ ਸੁਤ ਦੇਹ ਹਮ ਕੋ ਇਸ ਥਾਏ। ਤੇ ਸਤਿਗੁਰੂ ਦੇਵ ਜੀ ਫਿਰ ਜਦੋਂ ਪੁੱਛਦੇ ਆ ਤੇ ਫਿਰ ਮਹਾਰਾਜ ਆਖਦੇ, ਭਾਈ ਫਿਰ ਤੁਸੀਂ 2 ਪੁੱਤਰ ਹੁਣ ਸਾਨੂੰ ਇੱਥੇ ਦਿਓ, ਹੁਣ ਇਸ ਨਗਰੀ ਵਿੱਚ ਆ ਕੇ ਉਹ ਆਪਣਾ ਇਉਂ ਕੰਮ ਕਾਜ ਕਰਨ। ਗੁਰਪੁਰ ਮਹਿ ਬਸ ਕਰਹਿ ਦੁਕਾਨ, ਲੱਭ ਹੈ ਲਾਭ ਬਨਜ ਕੋ ਠਾਨ। ਤੇ ਇੱਥੇ ਵੀ ਅਸੀਂ ਹੁਣ 52 ਕਿੱਤਿਆਂ ਦੇ ਲੋਕ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਲਿਆ ਕੇ ਆਬਾਦ ਕੀਤੇ ਸੀ, ਤੇ ਤੁਸੀਂ ਵੀ 2 ਭਾਈ ਇੱਥੇ ਆ ਕੇ ਵਣਜ ਵਪਾਰ ਕਰੋ, ਭਾਰੀ ਲਾਹਾ ਲਓ, ਨਾਲੇ ਸਤ ਸੰਗਤ ਕਰੋ, ਨਾਲੇ ਆਪਣੇ ਤਾਈਂ ਉਪਜੀਵਕਾ ਚਲਾਓ। ਹੁਣ ਇਉਂ ਸਤਿਗੁਰੂ ਦੇਵ ਜੀ ਫਿਰ ਉਹਨਾਂ ਸਿੱਖਾਂ ਨੂੰ ਇਹ ਪ੍ਰੇਰਨਾ ਕਰਦੇ। ਬਾਕ ਮਾਨਸੋ ਆਨ ਵਸਾਵੈ, ਜਿਸ ਕੇ ਜੋਗ ਸੋ ਤ ਇਕਤ ਹੈ ਆਵੈ। ਤੇ ਇਉਂ ਹੁਣ ਸਤਿਗੁਰੂ ਦੇਵ ਜੀ ਦੇ ਬਚਨ ਸਿੱਖ ਕਮਾਉਂਦੇ ਆ। ਜੇ ਕਿਸੇ ਦੇ 4 ਪੁੱਤਰ ਹੈ, 2 ਹੁਣ ਪਿੱਛੇ ਕੰਮ ਕਰਦੇ ਆ, 2 ਇਸ ਨਵੀਂ ਨਗਰੀ ਵਿੱਚ ਆ ਕੇ ਆਬਾਦ ਹੁੰਦੇ ਆ। ਜੇ ਕਿਸੇ ਦੇ 2 ਪੁੱਤਰ ਆ ਤਾਂ ਇੱਕ ਪਿੱਛੇ ਆਪਣੇ ਪਰਿਵਾਰ ਦਾ ਹੁਣ ਦੇਖਭਾਲ ਕਰਦਾ ਹੈ, ਇੱਕ ਆ ਕੇ ਇਸ ਨਵੀਂ ਨਗਰੀ ਵਿੱਚ
ਸਤਿਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਉਪਜੀਵਕਾ ਦੇ ਲਈ ਕੋਈ ਦੁਕਾਨ, ਕੋਈ ਵਣਜ ਵਪਾਰ ਦਾ ਕੰਮ ਕਰਦਾ ਹੈ। ਇੱਕ ਦੇਸ਼ ਆਪਨੋ ਸਦਨ ਚਿਨਾਏ, ਵਾਹਿਗੁਰੂ। ਦੇਸ਼ ਦੂਸਰ ਸਰ ਸਦਾ ਬਣਾਏ। ਆ ਇੱਕ ਪਾਸੇ ਤੇ ਹੁਣ ਸਤਿਗੁਰੂ ਦੇਵ ਜੀ ਜਿੱਥੇ ਅੰਮ੍ਰਿਤ ਸਰੋਵਰ ਤਿਆਰ ਕਰਵਾ ਰਹੇ ਹੈ, ਉੱਥੇ ਆਪਣੇ ਰਹਿਣ ਬਸੇਰੇ ਵੀ ਮਹਾਰਾਜ ਸੋਹਣੇ ਤਿਆਰ ਕਰ ਰਹੇ ਹੈ। ਜਿੱਥੇ ਅੱਜ ਕੱਲ੍ਹ ਆਪਾਂ ਗੁਰੂ ਜੀ ਕੇ ਮਹਿਲ ਗੁਰਦੁਆਰਾ ਸਾਹਿਬ ਦੇ ਦੀਦਾਰ ਦਰਸ਼ਨ ਕਰਦੇ ਹਾਂ। ਦੋਨੋਂ ਬੀਚ ਬਾਜ਼ਾਰ ਪਵਾਇਓ, ਘਨ ਹਾਟਨ ਕੋ ਬਿਆੰਤ ਬਣਾਇਓ। ਤੇ ਮਹਾਰਾਜ ਨੇ ਹੁਣ ਅੰਮ੍ਰਿਤ ਸਰੋਵਰ ਦੇ ਇਰਦ ਗਿਰਦ ਵੀ ਹੁਣ ਭਾਰੀ ਬਾਜ਼ਾਰ ਬਣਵਾਉਣਾ ਕੀਤਾ ਹੈ। ਹੱਟੀਆਂ ਬਣੀਆਂ, ਦੁਕਾਨਾਂ ਹੁਣ ਤਿਆਰ ਹੋਈਆਂ, ਤੇ ਜਿੱਧਰ ਆਪਣੇ ਸਤਿਗੁਰੂ ਜੀ ਦੇ ਮਹਿਲ ਹੈ ਉੱਥੇ ਵੀ ਹੁਣ ਬਹੁਤ ਦੂਰ ਦਰਾਡੇ ਤੱਕ ਹੁਣ ਬਾਜ਼ਾਰ ਤਿਆਰ ਕੀਤੇ ਹਨ। ਦਿਨ ਪ੍ਰਤ ਗੁਰ ਕੀ ਖੁਸ਼ੀ ਬਿਲੋਕ, ਆਵਹਿ ਸਿੱਖ ਕਰਹਿ ਨਿਜ ਓਕ। ਇਉਂ ਹੁਣ ਦੂਰ ਦਰਾਡੇ ਤੱਕ ਸਤਿਗੁਰੂ ਦੇਵ ਜੀ ਦੀ ਭਾਰੀ ਹੁਣ ਵਡਿਆਈ ਹੋ ਰਹੀ ਹੈ। ਸਿੱਖ ਸੰਗਤਾਂ ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਮਹਾਰਾਜ ਦੇ ਤਾਈਂ ਆ ਕੇ ਦਰਸ਼ਨ ਪਾ ਰਹੀ ਹੈ। ਆਪਨ ਬੀਚ ਬਾਜ਼ਾਰ ਬਣਾਵੈ, ਬਸਨ ਹੇਤ ਨਿਜ ਸਦਨ ਚਿਨਾਵੈ। ਅਤੇ ਸਤਿਗੁਰੂ ਦੇਵ ਜੀ ਦੀ ਆਗਿਆ ਅਨੁਸਾਰ ਸਿੱਖ ਜਿੱਥੇ ਆਪਣੇ ਰਹਿਣ ਦੇ ਲਈ ਘਰ-ਬਾਰ ਹੁਣ ਤਿਆਰ ਕਰਦੇ ਹੈ, ਉੱਥੇ ਉਪਜੀਵਕਾ ਦੇ ਲਈ ਹੁਣ ਕੋਈ ਦੁਕਾਨਦਾਰੀ ਕਰਨ ਦੇ ਲਈ ਕੋਈ ਦੁਕਾਨ ਬਣਾਉਂਦਾ, ਕੋਈ ਬਣੀ ਬਣਾਈ ਦੁਕਾਨ ਦੇ ਵਿੱਚ ਆਪਣਾ ਕੰਮਕਾਜ ਆਰੰਭ ਕਰਦਾ। ਇਉਂ ਇਹ ਸਾਰੀ ਸੇਵਾ ਹੁਣ ਬੜੀ ਚਾਅ ਦੇ ਨਾਲ ਸਿੱਖ ਸੇਵਕਾਂ ਦੁਆਰਾ ਨਿਰੰਤਰ ਹੋ ਰਹੀ ਹੈ। ਨਰਗਨ ਪੁਰਮਹਿ ਹੋਵਨ ਲਾਗੇ, ਆਨ ਆਨ ਬਸ ਹੈ ਬੜ ਭਾਗੇ। ਇਉਂ ਵੱਡੇ ਭਾਗਾਂ ਵਾਲੇ ਜਿਹੜੇ ਲੋਕ ਹੈ ਆ ਕੇ ਦੂਰ ਦਰਾਡੇ ਤੋਂ ਵਸਣ ਲੱਗੇ ਹੈ, ਤੇ ਸਤਿਗੁਰੂ ਜੀ ਦੇ ਨਵੇਂ ਨਗਰ ਚੱਕ ਰਾਮਦਾਸਪੁਰ ਵਿੱਚ ਸਿੱਖ ਸੰਗਤਾਂ ਦੀ ਭਾਰੀ ਹੁਣ ਚਹਿਲ ਪਹਿਲ ਰਹਿਣ ਲੱਗੀ ਹੈ। ਕਰਨ ਲੱਗੇ ਵਿਵਹਾਰ ਵਡੇਰੇ, ਜਹ ਕਹੈ ਆਪਣੇ ਸਿੱਖ ਜੋ ਹੇਰੇ। ਤੇ ਸਤਿਗੁਰੂ ਦੇਵ ਜੀ ਹੁਣ ਦੂਰ ਦਰਾਡੇ ਤੋਂ ਹੁਣ ਆਉਣ ਵਾਲੇ ਸਿੱਖਾਂ ਨੂੰ ਜਿੱਥੇ ਗੁਰੂ ਜੀ ਦੇ ਪਵਿੱਤਰ ਉਪਦੇਸ਼ ਨਾਲ ਜੋੜਦੇ ਹੈ, ਗੁਰੂ ਕਰਨ ਦੀ ਪ੍ਰੇਰਨਾ ਕਰਦੇ ਹੈ, ਉੱਥੇ ਮਹਾਰਾਜ ਹੁਣ ਆਏ ਹੋਏ ਸੇਵਕਾਂ ਦੇ ਤਾਈਂ ਹੁਣ ਆਪਣੇ ਦਰਬਾਰ ਵਿੱਚ ਵੀ ਬੁਲਾਉਂਦੇ ਆ ਵੀ ਭਾਈ ਕੇਵਲ ਆਪਣੇ ਕੰਮਕਾਜ ਵਿੱਚ ਹੀ ਨਾ ਰੁੱਝੇ ਰਹੋ, ਇੱਥੇ ਆ ਕੇ ਗੁਰੂ ਘਰ ਦੀ ਕੋਈ ਸੇਵਾ ਵੀ ਕਰੋ, ਇੱਥੇ ਆ ਕਰਕੇ ਕੋਈ ਗੁਰੂ ਜੀ ਦਾ ਉਪਦੇਸ਼ ਵੀ ਸਰਵਣ ਕਰਨਾ ਕਰੋ। ਤੇ ਆਪ ਬੁਲਾਵੈ ਨਾਥ, ਲੱਗ ਹੈ ਸੇਵ ਜੋ ਸ਼ਰਧਾ ਸਾਥ। ਇਉਂ ਮਹਾਰਾਜ ਫਿਰ ਸੇਵਕਾਂ ਨੂੰ ਭੇਜਦੇ, ਸਿੱਖਾਂ ਨੂੰ ਹੁਕਮ ਕਰਦੇ, ਭਾਈ ਜਾਓ ਵੀ ਜਿਹੜੇ ਨਵੇਂ ਨਗਰ ਦੇ ਵਿੱਚ ਆ ਕੇ ਲੋਕ ਆਬਾਦ ਹੋਏ ਹੈ, ਜੇ ਉਹਨਾਂ ਨੂੰ ਗੁਰੂ ਘਰ ਦੀ ਕੀਰਤੀ ਦਾ ਅਜੇ ਪਤਾ ਨਹੀਂ, ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ, ਤੇ ਉਹਨਾਂ ਨੂੰ ਜਾ ਕੇ ਦੱਸਣਾ ਕਰੋ। ਫਿਰ ਜਿਹੜੇ ਆ ਜਾਂਦੇ ਫਿਰ ਉਹਨਾਂ ਨੂੰ ਮਹਾਰਾਜ ਉਪਦੇਸ਼ ਵੀ ਦ੍ਰਿੜ ਕਰਵਾਉਂਦੇ, ਉਹਨਾਂ ਨੂੰ ਸੇਵਾ ਦੇ ਵਿੱਚ ਵੀ ਫਿਰ ਹਾਜ਼ਰ ਕਰਦੇ। ਕੇਤਕ ਸਿੱਖ ਆਪ ਤੇ ਆਏ, ਕਿਨਹੂ ਢਿਗ ਨਰ ਪਠੇ ਬੁਲਾਏ। ਕਈ ਉਹ ਨੇ ਜਿਹੜੇ ਆਪਣੇ ਆਪ ਹੀ ਗੁਰੂ ਜੀ ਦੇ ਪ੍ਰੇਮ ਦੇ ਵੱਜੇ ਹੋਏ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਾ ਕੇ ਉਪਸਥਿਤ ਹੁੰਦੇ ਹੈ, ਤੇ ਕਈ ਉਹ ਹੈ ਜਿਨ੍ਹਾਂ ਨੂੰ ਮਹਾਰਾਜ ਸੇਵਕਾਂ ਨੂੰ ਭੇਜ ਕੇ ਬੁਲਾਉਂਦੇ ਹੈ ਤੇ ਸੇਵਾ ਦਾ ਕਾਰਜ ਬਖਸ਼ਦੇ ਹੈ। ਪੂਰਨ ਹੋਤ ਜਾਚਨਾ ਜਿਉ ਜਿਉ, ਸੁਣ ਸੁਣ ਜਸ ਆਵੈ ਸਭ ਤਿਉ ਤਿਉ। ਤੇ ਕਈ ਲੋਕ ਹੁਣ ਜਿਹੜੇ ਪਹਿਲਾਂ ਆਉਂਦੇ ਆ ਸਿੱਖ ਸੇਵਕ, ਉਹ ਇੱਛਾ ਦੇ ਸਹਿ ਜਿਹੜੇ ਆਏ, ਜਿਨ੍ਹਾਂ ਦੀਆਂ ਕੋਈ ਸ਼ੁਭ ਭਾਵਨਾਵਾਂ ਇੱਛਾਵਾਂ ਪੂਰੀਆਂ ਹੋਈਆਂ, ਉਹ ਫਿਰ ਸਤਿਗੁਰੂ ਦੇਵ ਜੀ ਦੇ ਸ਼ੁਕਰਾਨੇ ਦੇ ਲਈ ਆਉਂਦੇ ਆ। ਤੇ ਜਿਵੇਂ ਜਿਵੇਂ ਹੁਣ ਸਤਿਗੁਰੂ ਦੇਵ ਕਾਰਜ ਸਵਾਰਦੇ ਆ, ਉਵੇਂ ਉਵੇਂ ਸਿੱਖ ਆ ਕੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ, ਸਤਿਗੁਰੂ ਦੇਵ ਜੀ ਦੀਆਂ ਹੋਰ ਖੁਸ਼ੀਆਂ ਪ੍ਰਾਪਤ ਕਰਨ ਲਈ। ਦੋਹਰਾ ਫਫਰੇ ਗ੍ਰਾਮ ਵਿਖੈ ਬਸੈ, ਬਹਿਲੋ ਸ੍ਰਿਸ਼ਟ ਜਾਟ, ਕੁੰਡੀ ਕਰਮ ਹੈ ਧਾਰਕੈ, ਕਰਹਿ ਸ਼ੇਖ ਕੋ ਠਾਟ। ਹੁਣ ਫਫੜੇ ਪਿੰਡ ਹੈ, ਜਿਹਨੂੰ ਆਪਾਂ ਹੁਣ ਫਫੜੇ ਭਾਈ ਕੇ ਆਖਦੇ ਹਾਂ, ਇਹ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਹੈ। ਇਹ ਇੱਥੋਂ ਦਾ ਇੱਕ ਹੈ ਆਪਣੇ ਤਾਈਂ ਭਾਈ ਬਹਿਲੋ ਨਾਮੀ, ਇਹ ਸਿੱਧੂ ਜੱਟ ਹੈ। ਇਹ ਆਪਣੇ ਹੱਥ ਵਿੱਚ ਖੁੰਡੀ ਫੜ ਕੇ ਰੱਖਦਾ, ਤੇ ਸਖੀ ਸਰਵਰ ਦਾ ਇਹ ਚੇਲਾ ਹੈ। ਸਖੀ ਸਰਵਰ ਦੀ ਇਹ ਭਾਰੀ ਮੰਨਤਾ ਕਰਦਾ ਹੈ। ਚੌਪਈ ਬਹੁਤੇ ਮਾਨੁਖ ਸੰਗ ਲਗਾਏ, ਪਰ ਸਹਿ ਜਾਏ ਨਿਗਾਹੇ ਥਾਹੇ। ਬਹੁਤ ਸਾਰੇ ਲੋਕ ਵੀ ਇਹਦੇ ਮਗਰ ਲੱਗੇ ਹੋਏ ਹੈ, ਤੇ ਨਿਗਾਹੇ ਜਿੱਥੇ ਪੀਰ ਦੀ ਜਗ੍ਹਾ ਹੈ ਉੱਥੇ ਜਾ ਕੇ ਵੀ ਇਹ ਉਹਦੀ ਪੂਜਾ ਪ੍ਰਾਰਥਨਾ ਕਬਰ ਦੀ ਕਰਦਾ ਹੈ। ਸਰਵਰ ਕੋ ਮੁਰੀਦ ਨਿਤ ਰਹੈ, ਸੁਲਤਾਨੀ ਤਿਸ ਕੋ ਸਭ ਕਹੈ। ਤੇ ਸਖੀ ਸਰਵਰ ਦਾ ਬਹੁਤ ਵੱਡਾ ਉਪਾਸਕ ਸੀ, ਬੜਾ ਵੱਡਾ ਇਹ ਮੁਰੀਦ ਸੀ। ਜਿਵੇਂ ਆਪਾਂ ਪਿੱਛੇ ਪ੍ਰਸੰਗ ਭਾਈ ਬਹਿਲੋ ਜੀ ਦਾ ਪੜ੍ਹਿਆ ਹੈ ਨਾ, ਉਸੇ ਤਰ੍ਹਾਂ ਹੀ ਭਾਈ
ਬਹਿਲੋ ਜੀ, ਜਿਵੇਂ ਭਾਈ ਮੰਝ ਦਾ ਆਪਾਂ ਪ੍ਰਸੰਗ ਪੜ੍ਹਿਆ ਪਿੱਛੇ, ਉਸੇ ਤਰ੍ਹਾਂ ਭਾਈ ਬਹਿਲੋ ਜੀ ਵੀ ਉਸੇ ਹੀ ਸਖੀ ਸਰਵਰ ਦੇ ਵੱਡੇ ਉਪਾਸਕ ਨੇ। ਤੇ ਸਾਰੇ ਲੋਕ ਜਿਹੜੇ ਇਹਨਾਂ ਦੇ ਥਰੂ ਹੁਣ ਉਹਦੀ ਪੂਜਾ ਪ੍ਰਾਰਥਨਾ ਕਰਦੇ ਆ, ਉਸ ਕਬਰ ਦੀ, ਨਗਾਹੇ ਦੇ ਪੀਰ ਦੀ, ਇਹਨੂੰ ਸੁਲਤਾਨੀਆਂ ਆ ਕੇ ਬੁਲਾਉਂਦੇ ਆ, ਇਹਦਾ ਸਤਿਕਾਰ ਕਰਦੇ ਹਾਏ। ਗੁਰੂ ਹੁਕਮਨਾਮਾ ਸੋ ਪਠਾਇਓ, ਗਇਓ ਸਿੱਖ ਨੇ ਸਕਲ ਸੁਨਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖਿਆ ਵੀ ਇਹ ਜੇ ਇੱਧਰ ਗੁਰੂ ਨਾਨਕ ਦੇ ਉਪਦੇਸ਼ ਦਾ ਧਾਰਨੀ ਬਣਦਾ ਹੈ ਨਾ, ਤੇ ਇਹਦੇ ਨਾਲ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਸੰਗਤ ਗੁਰੂ ਨਾਨਕ ਦੇ ਉਪਦੇਸ਼ ਨਾਲ ਜੁੜ ਜਾਏਗੀ। ਤੋ ਸਤਿਗੁਰੂ ਦੇਵ ਜੀ ਨੇ ਇਸ ਭਾਈ ਬਹਿਲੋ ਦੇ ਨਾਂ ਨਾਲ ਇੱਕ ਹੁਕਮਨਾਮਾ ਲਿਖ ਕੇ ਸਿੱਖ ਨੂੰ ਆਪਣੇ ਤਾਈਂ ਕਿਹਾ ਵੀ ਇਹ ਲੈ ਕੇ ਜਾਓ, ਉਹਨੂੰ ਪੜ੍ਹਾਓ ਤੇ ਸਾਡੀ ਸ਼ਰਨ ਵਿੱਚ ਲਿਆਓ। ਗੁਰੂ ਹੁਕਮ ਕੋ ਸੁਣ ਕਰ ਤਦਾ, ਕਹਿਓ ਨਾ ਮੇਲ ਤੈਨੂੰ ਸੋ ਕਦਾ। ਹੁਣ ਜਦੋਂ ਸਿੱਖ ਸਤਿਗੁਰੂ ਜੀ ਦਾ ਹੁਕਮਨਾਮਾ ਲੈ ਕੇ ਪਹੁੰਚਿਆ ਫਫੜੇ ਪਿੰਡ ਅੰਮ੍ਰਿਤਸਰ ਤੋਂ, ਤੇ ਸਿੱਖ ਨੇ ਜਾ ਕੇ ਹੁਣ ਸਾਰੀ ਗੱਲ ਕਹੀ ਹੈ ਵੀ ਮੈਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਤੁਹਾਡੇ ਕੋਲ ਆਇਆ, ਤੇ ਸਤਿਗੁਰੂ ਜੀ ਦਾ ਇਹ ਤੁਹਾਡੇ ਪ੍ਰਤੀ ਹੁਕਮ ਹੈ ਵੀ ਤੁਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਚੱਲੋ। ਉੱਥੇ ਸੇਵਾ ਹੋ ਰਹੀ ਹੈ ਅੰਮ੍ਰਿਤ ਸਰੋਵਰ ਦੀ, ਉੱਥੇ ਸਤ ਸੰਗਤ ਹੋ ਰਿਹਾ, ਉੱਥੇ ਲੋਹ ਲੰਗਰ ਚੱਲ ਰਹੇ ਹੈ। ਇਹਨੇ ਜਦੋਂ ਸਾਰੀ ਗੱਲਬਾਤ ਸਿੱਖ ਦੀ ਸੁਣੀ, ਅੱਗੋਂ ਕਿਹਾ ਮੈਂ ਨਾ ਮੇਦ ਤੈਨੂੰ ਸੋ ਕਦਾ। ਕਹਿਣ ਲੱਗਾ ਜੀ ਮੈਂ ਤੇ ਕਿਤੇ ਸਤਿਗੁਰੂ ਜੀ ਨੂੰ ਮਿਲਿਆ ਹੀ ਨਹੀਂ, ਮੈਂ ਤੇ ਉਹਨਾਂ ਦਾ ਦਰਸ਼ਨ ਪਰਸਨ ਕੀਤਾ ਹੀ ਨਹੀਂ। ਹਮ ਕਬ ਮਿਲੇ ਨਹੀਂ ਕਬ ਗਏ, ਲਿਖਨ ਪੜਨ ਕੋ ਪ੍ਰਥਮ ਨ ਪਏ। ਤੇ ਅਸੀਂ ਨਾ ਕਿਤੇ ਮਿਲੇ ਹਾਂ, ਨਾ ਕਦੇ ਉੱਥੇ ਗਏ ਹਾਂ, ਕੋਈ ਲਿਖਤ ਪੜ੍ਹਤ ਵੀ ਪਹਿਲਾਂ ਹੁਣ ਨਹੀਂ ਸਾਡੀ ਹੋਈ। ਸਤਿਗੁਰੂ ਜੀ ਨੇ ਵੀ ਕਿਤੇ ਮੈਨੂੰ ਪਹਿਲਾਂ ਕੋਈ ਚਿੱਠੀ ਪੱਤਰ ਨਹੀਂ ਭੇਜਿਆ, ਨਾ ਹੀ ਕਿਤੇ ਮੈਂ ਉਹਨਾਂ ਵੱਲ ਕੋਈ ਖੱਤ ਭੇਜਿਆ ਹੈ। ਤਿਨ ਸਮੀਪ ਕੇ ਮਜਾਵਨ ਬਨੈ, ਦੇਖੋ ਕਰ ਵਿਚਾਰ ਨਿਜ ਮਨ। ਤੇ ਅੱਗੋਂ ਭਾਈ ਬਹਿਲੋ ਕਹਿਣ ਲੱਗਾ ਵੀ ਤੁਸੀਂ ਆਪ ਹੀ ਵਿਚਾਰ ਕਰਕੇ ਦੱਸੋ। ਹੁਣ ਜਿਹੜਾ ਸਿੱਖੇ ਹੁਕਮਨਾਮਾ ਇਹ ਲੈ ਕੇ ਪਹੁੰਚਿਆ ਸੀ ਵੀ ਮੇਰਾ ਉਹਨਾਂ ਤਾਈਂ ਹੁਣ ਜਾ ਕੇ ਕਿਵੇਂ ਮਿਲਣਾ ਬਣਦਾ, ਇਹ ਤਾਂ ਗੱਲ ਬਣਦੀ ਕੋਈ ਨਹੀਂ। ਵੀ ਮੈਂ ਜਾਣਦਾ ਹੀ ਨਹੀਂ ਸਤਿਗੁਰੂ ਦੇਵ ਜੀ ਨੂੰ, ਵੀ ਮੈਂ ਜਾਵਾਂ ਤਾਂ ਜੇ ਮੇਰਾ ਕਿਤੇ ਸਤਿਗੁਰੂ ਜੀ ਦੇ ਨਾਲ ਪਹਿਲਾਂ ਵੀ ਵਾਹ ਵਾਸਤਾ ਪਿਆ ਹੋਵੇ, ਮੈਂ ਉਹਨਾਂ ਦੇ ਜਾ ਕੇ ਦਰਸ਼ਨ ਪਰਸਨ ਕੀਤੇ ਹੋਣ, ਜਾਂ ਉਹ ਮੇਰੇ ਕੋਲ ਆਏ ਹੋਣ, ਤੋ ਮੇਰਾ ਤਾਂ ਫਿਰ ਉਹਨਾਂ ਦੇ ਤਾਂ ਹੀ ਜਾਣਾ ਠੀਕ ਨਹੀਂ। ਬਾਕੀ ਤੁਸੀਂ ਮਨ ਵਿੱਚ ਵਿਚਾਰ ਕਰੋ। ਭਾਈ ਬਹਿਲੋ ਨੇ ਇਹ ਗੱਲ ਜਦੋਂ ਸਿੱਖ ਨੂੰ ਆਖੀ ਹਾਏ, ਵੇਖ ਪਿਰਾਈ ਕੋ ਤਨ ਕਰੋ, ਖੁੰਡੀ ਖਲਰਾ ਗਲ ਮਹਿ ਧਰੋ। ਕਹਿਣ ਲੱਗਾ ਨਾ ਇਹ ਦੇਖੋ ਮੈਂ ਸਰੀਰ ਕਰਕੇ ਹੁਣ ਸਖੀ ਸਰਵਰ ਦੇ ਪੁਜਾਰੀ ਹੋਣ ਕਰਕੇ ਹਰੇ ਰੰਗ ਦੇ ਵਸਤਰ ਪਹਿਨਦਾ ਹਾਂ ਤੇ ਹੱਥ ਵਿੱਚ ਖੁੰਡੀ ਫੜ ਕੇ ਰੱਖਦਾ ਹਾਂ, ਤੇ ਇਹ ਹੁਣ ਜਿਹੜੀ ਗੱਲ ਹੈ ਇਹ ਤੁਹਾਡੇ ਲਈ ਹੁਣ ਭਾਰੀ ਖੇਚਲ ਦੀ ਹੈ ਵੀ ਮੇਰਾ ਤੇ ਸਤਿਗੁਰੂ ਜੀ ਦੇ ਨਾਲ ਕੋਈ ਮੇਲ ਹੀ ਨਹੀਂ ਬਣਦਾ, ਕਿਉਂਕਿ ਮੈਂ ਕਬਰ ਦਾ ਪੁਜਾਰੀ ਹਾਂ ਤੇ ਸਤਿਗੁਰੂ ਸ਼ਬਦ ਦੇ ਹੁਣ ਉਪਦੇਸ਼ ਨੂੰ ਪ੍ਰਦਾਨ ਕਰਦੇ ਆ ਵੀ ਸਤਿਗੁਰੂ ਜੀ ਦੇ ਘਰ ਤਾਂ ਸ਼ਬਦ ਹੈ ਨਾ, ਸ਼ਬਦ ਦੀ ਪ੍ਰਧਾਨਤਾ। ਨਾਨਕ ਕੈ ਘਰ ਕੇਵਲ ਨਾਮ, ਤੇ ਮੇਰਾ ਸਤਿਗੁਰੂ ਦੇਵ ਜੀ ਦੇ ਦਰਬਾਰ ਵਿੱਚ ਜਾਣਾ ਠੀਕ ਨਹੀਂ ਹੈ। ਇਸੀ ਦੇਸ਼ ਕੇ ਨਰਗਨ ਸਾਰੇ, ਮੁਝ ਸਨਮਾਨ ਹੈ ਚਲ ਹੈ ਪਿਛਾਰੇ। ਨਾਲੇ ਇਸ ਇਲਾਕੇ ਦੇ ਜਿਹੜੇ ਲੋਕ ਹੈ, ਇਹ ਮੇਰੇ ਫਫੜੇ ਪਿੰਡ ਦੇ ਇਰਦ ਗਿਰਦ, ਉਹ ਮੇਰਾ ਭਾਰੀ ਸਤਿਕਾਰ ਕਰਦੇ ਆ। ਸਾਰੇ ਲੋਕ ਮੇਰੀ ਇੱਜ਼ਤ ਕਰਦੇ ਆ, ਮੇਰੇ ਪਿੱਛੇ ਪਿੱਛੇ ਚੱਲਦੇ ਆ, ਤੇ ਮੈਂ ਉਹਨਾਂ ਸਾਰਿਆਂ ਦਾ ਮੋਹਰੀ ਹਾਂ, ਮੋਢੀ ਹਾਂ, ਆਗੂ ਹਾਂ। ਮੁਖ ਸਬਨ ਮਹਿ ਮੁਰ ਵਡਿਆਈ, ਰਹੈ ਸੈ ਕਰੇ ਨਰ ਚਹੰਕਾਈ। ਤੇ ਚਾਰ ਛਪੇਰੇ ਮੇਰੇ ਹੁਣ ਬੇਅੰਤੀ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ, ਤੇ ਮੇਰੀ ਵੱਡੀ ਵਡਿਆਈ ਹੈ, ਤੇ ਮੇਰਾ ਭਾਰੀ ਮਰਾਤਬਾ ਇਹਨਾਂ ਲੋਕਾਂ ਦੇ ਵਿੱਚ ਕਾਇਮ ਹੈ। ਮੈਂ ਆਗੇ ਥਿਤ ਹੋਏ ਸੁਲਤਾਨ, ਜਾਰਤ ਕੋ ਕਰ ਵਾਏ ਮਹਾਨ। ਤੇ ਮੈਂ ਤਾਂ ਇਹਨਾਂ ਦਾ ਮੁਖੀ ਹਾਂ ਸਾਰਿਆਂ ਦਾ। ਭਾਈ ਬਹਿਲੋ ਕਹਿਣ ਲੱਗਾ ਸਿੱਖ ਨੂੰ, ਮੈਂ ਤਾਂ ਇਹਨਾਂ ਸਾਰਿਆਂ ਲੋਕਾਂ ਨੂੰ ਨਗਾਹੇ ਲਿਜਾ ਕੇ ਯਾਤਰਾ ਵੀ ਕਰਾਉਂਦਾ ਹਾਂ। ਹੁਣ ਮੈਂ ਸਤਿਗੁਰੂ ਜੀ ਦੇ ਕੋਲ ਕਿਉਂ ਜਾਵਾਂ, ਮੇਰਾ ਜਾਣ ਦਾ ਉੱਥੇ ਕੋਈ ਹੁਣ ਕਿਸੇ ਪ੍ਰਕਾਰ ਦਾ ਬਣਦਾ ਹੀ ਹੱਕ ਨਹੀਂ ਹੈ। ਇਸ ਪ੍ਰਕਾਰ ਮੇਰੀ ਅਬ ਬਾਤ, ਤਹਿ ਤਜ ਚਲਨ ਬਨੈ ਕਿਸ ਭਾਂਤ। ਹੁਣ ਤੁਸੀਂ ਆਪ ਹੀ ਦੱਸੋ ਵੀ ਮੈਂ ਪੀਰ ਦੀ ਹੁਣ ਪੂਜਾ ਪ੍ਰਾਰਥਨਾ ਕਿਵੇਂ ਛੱਡਾਂ ਤੇ ਉੱਥੇ ਕਿਵੇਂ ਜਾਵਾਂ, ਕਿਉਂਕਿ ਮੈਂ ਕਿਤੇ ਗਿਆ ਹੀ ਨਹੀਂ ਸਤਿਗੁਰੂ ਜੀ ਦੇ ਦਰਬਾਰ ਵਿੱਚ। ਪਰ ਸਤਿਗੁਰੂ ਜੀ ਨੇ ਇਹਨੂੰ ਹੁਣ ਆਪਣੇ ਚਰਨਾਂ ਦਾ ਉਪਾਸਕ ਜੋ ਬਣਾਉਣਾ ਹੈ, ਹੁਣ ਸਤਿਗੁਰੂ ਜੀ ਨੇ ਇਹਨੂੰ ਵੱਡੀ ਜੋ ਵਡਿਆਈ ਦੇਣੀ ਹੈ, ਇਸ ਲਈ ਇਹਨੂੰ ਹੁਣ ਬੁਲਾਉਣਾ ਚਾਹਿਆ ਸੀ। ਬਿਨਾ ਲਾਭ ਦੇਖੇ ਕਿਸ ਥਾਨ, ਮੂਰਖ ਭੀਨ ਪ੍ਰਵਿਰਤ ਹੈ ਜਾਨ। ਕਿਸੇ ਥਾਂ ਤੇ ਹੁਣ ਬੰਦਾ ਉਦੋਂ ਹੀ ਜਾਂਦਾ ਜਦੋਂ ਉਹਨੂੰ ਕੋਈ ਲਾਭ ਮਿਲੇ, ਲਾਹਾ ਮਿਲੇ, ਤੇ ਕੋਈ ਮੂਰਖ ਵੀ ਨਹੀਂ ਜਾਂਦਾ।
ਵੀ ਜੇ ਉਹਦਾ ਉੱਥੇ ਜਾਇਆ ਨੁਕਸਾਨ ਹੋਵੇ ਤੇ ਮੈਂ ਤਾਂ ਐਡੀ ਵੱਡੀ ਵਡਿਆਈ ਦਾ ਮਾਲਕ ਹਾਂ, ਹੁਣ ਮੇਰਾ ਉੱਥੇ ਜਾਣ ਦਾ ਮੈਨੂੰ ਕੀ ਫਾਇਦਾ ਹੋਣਾ। ਤੇ ਆਪਾਂ ਵੀ ਸਾਰੇ ਹੀ ਦੇਖਦੇ ਨਾ ਸੰਸਾਰੀ ਤੌਰ ਤੇ ਵੀ ਜਿੱਥੇ ਕਰਕੇ ਵੀ ਕੋਈ ਮਾਨ ਸਨਮਾਨ ਹੋਵੇ, ਕੋਈ ਚਾਰ ਬੰਦੇ ਦੁਆ ਸਲਾਮ ਕਰਦੇ ਹੋਣ, ਕੋਈ ਚਾਰ ਦਮੜੇ ਬਣਦੇ ਹੋਣ, ਜਿੱਥੇ ਕੋਈ ਇੱਜ਼ਤ ਮਿਲਦੀ ਹੋਵੇ ਬੰਦਾ ਉੱਥੇ ਹੀ ਰੁਕਦਾ ਹੈ ਨਾ। ਹੁਣ ਜਿੱਥੇ ਕਰਕੇ ਹੁਣ ਰੋਜ਼ ਹੀ ਕੋਈ ਨਾ ਕੋਈ ਹੁਣ ਆਪਣੇ ਤਾਂ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ, ਕੋਈ ਚਾਰ ਦਮੜੇ ਨਾ ਬਣਨ, ਉੱਥੇ ਰੁਕਣ ਦਾ ਮਤਲਬ ਹੀ ਕੋਈ ਨਹੀਂ ਹੈ। ਤੇ ਚਾਣਕਿਆਂ ਨੀਤੀ ਵੀ ਇਹੀ ਆਖਦੀ ਹੈ ਵੀ ਜਿੱਥੇ ਕਰਕੇ ਕੋਈ ਮਾਨ ਸਨਮਾਨ ਹੋਵੇ, ਬੰਦੇ ਦਾ ਕੋਈ ਸੰਸਾਰੀ ਤੌਰ ਤੇ ਕੋਈ ਵਿਕਾਸ ਹੁੰਦਾ ਹੋਵੇ, ਉੱਥੇ ਰੁਕਣਾ ਚਾਹੀਦਾ ਹੈ। ਤੇ ਇਹ ਭਾਈ ਬਹਿਲੋ ਨੇ ਹੁਣ ਸਿੱਖ ਨੂੰ ਕਿਹਾ ਵੀ ਮੇਰਾ ਹੁਣ ਉੱਥੇ ਜਾਣ ਦਾ ਕੋਈ ਲਾਭ ਨਹੀਂ ਮੈਨੂੰ, ਮੈਂ ਉੱਥੇ ਨਹੀਂ ਜਾਵਾਂਗਾ। ਏਮ ਸੁਣ ਕੇ ਸਿੱਖ ਚਲਿਓ ਸੋ ਗਇਓ, ਗੁਰ ਸੋ ਸਰਬ ਜਨਾਵਤ ਭਇਓ। ਹੁਣ ਇਹਦੀ ਸਾਰੀ ਗੱਲ ਸੁਣ ਕੇ ਨਾ ਸਿੱਖ ਵਾਪਸ ਆ ਜਾਂਦਾ ਬਹਿਲੋ ਪਿੰਡ ਤੋਂ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਸਰ। ਸਿੱਖ ਨੇ ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਤੇ ਇਹਦੇ ਦੁਆਰਾ ਕਹੀਆਂ ਹੋਈਆਂ ਸਾਰੀਆਂ ਗੱਲਾਂ ਬੇਨਤੀ ਸਰੂਪ ਸਤਿਗੁਰੂ ਜੀ ਨੂੰ ਦਰਸਾਈਆਂ ਨੇ। ਸਤਿਗੁਰ ਘਰ ਕੋ ਨਾਹਨ ਮੇਲੀ, ਭੇਦ ਨਾ ਜਾਣੈ ਆਏ ਸਪੇਲੀ। ਸਤਿਗੁਰੂ ਦੇਵ ਜੀ ਉਹਨੇ ਕਿਹਾ ਵੀ ਮੈਂ ਹੁਣ ਸਤਿਗੁਰੂ ਜੀ ਦੇ ਘਰ ਦਾ ਮੇਲੀ ਨਹੀਂ ਆ, ਵੀ ਮੈਂ ਗੁਰੂ ਘਰ ਨੂੰ ਮੰਨਣ ਵਾਲਾ ਨਹੀਂ। ਤੇ ਹੁਣ ਇਸ ਕਰਕੇ ਵੀ ਉਹਨਾਂ ਨੇ ਸਤਿਗੁਰ ਦੇ ਆਪ ਜੀ ਦਾ ਹੁਕਮ ਟਾਲ ਦਿੱਤਾ ਹੈ। ਉਹਨੇ ਕਿਹਾ ਵੀ ਮੈਂ ਤੇ ਨਗਾਹੇ ਵਾਲੇ ਪੀਰ ਦਾ ਮਰੀਦ ਹਾਂ ਤੇ ਲੋਕ ਮੇਰੀ ਵੱਡੀ ਇੱਥੇ ਇੱਜ਼ਤ ਕਰਦੇ ਐ ਤੇ ਮੈਂ ਤਾਂ ਸਾਰੇ ਲੋਕਾਂ ਨੂੰ ਜਾਰਤ ਵੀ ਕਰਵਾਉਂਦਾ ਹਾਂ। ਸੁਣ ਸਿੱਖ ਤੇ ਸਗਰੀ ਤਿਸ ਬਾਤ, ਸ਼੍ਰੀ ਅਰਜਨ ਬੋਲੇ ਮੁਸਕਾਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸਾਰੀ ਗੱਲ ਉਹ ਸਿੱਖ ਤੋਂ ਸੁਣ ਲੈਂਦੇ ਆ ਨਾ ਤੇ ਮਹਾਰਾਜ ਬੜੇ ਮੁਸਕਰਾਏ ਗੁਰੂ ਅਰਜਨ ਦੇਵ ਜੀ ਤੇ ਇਉਂ ਬਚਨ ਕਰਦੇ ਹਾਏ। ਬਹੁਰ ਜਾਏ ਕਹੋ ਹੁਕਮ ਹਮਾਰਾ, ਸੁਧ ਨਾ ਰਹੀ ਤਾਂ ਹਿਰਦੇ ਮਝਾਰਾ। ਸਤਿਗੁਰੂ ਦੇਵ ਜੀ ਨੇ ਕਿਹਾ ਭਾਈ ਤੂੰ ਜਾ ਦੁਬਾਰੇ ਸਾਡਾ ਹੁਕਮ ਲੈ ਕੇ, ਤੇਰੇ ਹਿਰਦੇ ਵਿੱਚ ਸੋਝੀ ਨਹੀਂ ਰਹੀ, ਤੂੰ ਉਹਦੇ ਤਾਈਂ ਜਾ ਕੇ ਇਹ ਸਾਰੀ ਗੱਲ ਆਖਣੀ ਕਰ। ਜਾਂ ਤੇ ਜਾਤ ਤੁਰਕ ਕੀ ਗੋਰ, ਮਨ ਹੈ ਬਿਨ ਬੁੱਧ ਤੇ ਕਰ ਜੋਰ। ਤੁਸੀਂ ਜਾ ਕੇ ਉਹ ਸਿੱਖ ਨੂੰ ਕਹੋ ਵੀ ਇਸ ਲਈ ਤੂੰ ਹੁਣ ਤੁਰਕ ਦੀ ਪੂਜਾ, ਹੁਣ ਤੁਰਕ ਦੀ ਕਬਰ ਦੀ ਪੂਜਾ ਕਰ ਰਿਹਾ ਹੈ ਕਿਉਂਕਿ ਤੂੰ ਬੇਸਮਝੀ ਦੇ ਵਿੱਚ ਹੈ। ਮਨ ਹੈ ਬਿਨ ਬੁੱਧ ਤੇ ਕਰ ਜੋਰ, ਹੁਣ ਤੂੰ ਬੁੱਧੀ ਤੋਂ ਹੀਣਾ ਹਾਂ। ਇਸੇ ਲਈ ਮਹਾਰਾਜ ਬਾਣੀ 'ਚ ਬਚਨ ਕਰਦੇ ਆ, ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲ ਉਹਨਾਂ ਬਾਕੀ। ਹੁਣ ਆਪਣੇ ਤਾਂ ਹੀ ਗਿਆਨ ਦੇ ਸਹਿਤ ਕੀਤਾ ਧਰਮ ਦਾ ਕਰਮ ਹੀ ਫਲੀਭੂਤ ਹੁੰਦਾ ਹੈ। ਜੇ ਧਰਮ ਦੇ ਕਰਮ ਦੇ ਵਿੱਚ ਗਿਆਨ ਨਹੀਂ ਨਾ ਤੇ ਉਹ ਕੀਤਾ ਹੋਇਆ ਕਰਮ ਵੀ ਫਿਰ ਫਲੀਭੂਤ ਨਹੀਂ ਹੁੰਦਾ। ਤੋ ਸਤਿਗੁਰੂ ਦੇਵ ਜੀ ਨੇ ਕਿਹਾ ਬਾਣੀ ਵਿੱਚ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਤੇ ਜਿਹੜਾ ਗਿਆਨ ਹੈ ਉਹ ਗੁਰੂ ਤੋਂ ਬਿਨਾਂ ਸੰਭਵ ਨਹੀਂ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਧਰਮ ਤੋਂ ਬਿਨਾਂ ਧਿਆਨ ਨਹੀਂ ਲੱਗਦਾ। ਤੇ ਸਤਿਗੁਰੂ ਦੇਵ ਜੀ ਨੇ ਕਿਹਾ ਵੀ ਜਾ ਕੇ ਕਹੋ ਭਾਈ ਬਹਿਲੋ ਨੂੰ ਕਿ ਭਾਈ ਤੂੰ ਤੇ ਬੇਸਮਝੀ ਦੇ ਵਿੱਚ ਹੀ ਕਬਰ ਦੀ ਪੂਜਾ ਕਰ ਰਿਹਾ ਹੈ। ਹੋਤ ਭੇਡ ਚਾਲ ਨਰ ਮੰਦਨ ਕੇਰੀ, ਹੋਤ ਪ੍ਰਵਿਰਤ ਅਪਰ ਕੋ ਹੇਰੀ। ਮੂਰਖ ਲੋਕਾਂ ਦੀ ਭੇਡਾ ਚਾਲ ਹੋਇਆ ਕਰਦੀ ਹੈ ਜਿਹੜੇ ਇੱਕ ਦੂਜੇ ਨੂੰ ਵੇਖਾ ਵੇਖੀ ਹੁਣ ਇਹੋ ਜਿਹੇ ਕਰਮਾਂ ਦੇ ਵਿੱਚ ਦ੍ਰਿੜ ਹੋ ਜਾਂਦੇ ਹਨ। ਬੁਰੀ ਭਲੀ ਨਹਿ ਕਰਤ ਵਿਚਾਰ, ਮਨ ਹੈ ਤੁਰਕ ਜਨਮ ਕੋ ਹਾਰ। ਤੇ ਸਤਿਗੁਰੂ ਦੇਵ ਜੀ ਨੇ ਕਿਹਾ ਹੈ ਕਿ ਹੁਣ ਇਹ ਤੇਰੇ ਤਾਈਂ ਤੁਰਕ ਦੀ ਜਿਹੜੀ ਪੂਜਾ ਕਰਨੀ ਠੀਕ ਨਹੀਂ ਹੈ ਤੇ ਹੁਣ ਜਿਹੜੇ ਭਲੇ ਅਤੇ ਬੁਰੇ ਦੀ ਵਿਚਾਰ ਕਰਨੀ ਬਣਦੀ ਹੈ। ਤੁਰਕ ਦੀ ਪੂਜਾ ਕਰਕੇ ਤੁਸੀਂ ਆਪਣੇ ਜਿਹੜੇ ਜੀਵਨ ਦੀ ਇਹ ਕੀਮਤੀ ਬਾਜੀ ਹੈ ਇਹਦੇ ਤਾਈਂ ਹਾਰ ਜਾਓਗੇ। ਦੋਏ ਲੋਕ ਨ ਮਨ ਹੈ ਨਹਿਨ ਸਹਾਈ, ਪੂਜਹਿ ਗੋਰ ਨਰਕ ਪੁਨ ਆਈ। ਤੇ ਤੂੰ ਹੁਣ ਜਾ ਕੇ ਕਹੋ ਉਸ ਭਾਈ ਬਹਿਲੋ ਨੂੰ ਕਿ ਆਪਣਾ ਲੋਕ ਵੀ ਗਵਾ ਰਹੇ ਹੈ, ਪਰਲੋਕ ਵੀ ਗਵਾ ਰਹੇ ਹੈ ਤੇ ਤੇਰੇ ਤਾਈਂ ਇਸ ਕਬਰ ਦੀ ਪੂਜਾ ਕਰਕੇ ਕੁਝ ਫਾਇਦਾ ਨਹੀਂ ਹੋਣਾ, ਤੇਰੇ ਤਾਈਂ ਤੇ ਨਰਕਾਂ ਦੀ ਹੁਣ ਭਾਰੀ ਸਜ਼ਾ ਮਿਲੇਗੀ। ਇਉਂ ਸਤਿਗੁਰੂ ਦੇਵ ਜੀ ਉਹ ਸਿੱਖ ਨੂੰ ਸਮਝਾਉਂਦੇ ਆ ਕਿ ਤੂੰ ਦੂਸਰੀ ਵਾਰ ਜਾ ਤੇ ਜਾ ਕੇ ਭਾਈ ਬਹਿਲੋ ਨੂੰ ਇਹ ਸਾਰੀ ਗੱਲ ਆਖਣੀ ਕਰੋ, ਉਹਨੂੰ ਸਮਝਾਉਣੀ ਕਰੋ। ਤੂੰ ਗੁਰ ਘਰ ਕੋ ਦਾਸ ਸਦੀਵਾ, ਸੇਵਾ ਕਰਤ ਮਹਾ ਮਨ ਨੀਵਾ। ਉਹਨੂੰ ਜਾ ਕੇ ਕਹੋ ਭਾਈ ਤੂੰ ਤੇ ਹੁਣ ਪੂਰਬ ਦੇ ਸਮੇਂ ਤੋਂ ਹੀ ਗੁਰੂ ਨਾਨਕ ਘਰ ਦਾ ਮੁਰੀਦ ਹੈ, ਸੇਵਕ ਹੈ ਤੇ ਤੂੰ ਤੇ ਬੜੀ ਚਾਅ ਦੇ ਨਾਲ
ਨਿਮਰਤਾ ਦੇ ਸਹਿਤ ਸੇਵਾ ਕਰਦਾ ਰਿਹਾ ਹੈ। ਜਹ ਜਹ ਭਾਵ ਤਾਰ ਹਮਾਰਾ, ਤਹਾਂ ਤਹਾਂ ਤੈ ਸਾਥ ਸੰਭਾਰਾ। ਆ ਮਹਾਰਾਜ ਨੇ ਕਿਹਾ ਵੀ ਜਿੱਥੇ ਜਿੱਥੇ ਵੀ ਅਸੀਂ ਸਰੀਰ ਧਾਰਨ ਕੀਤਾ ਉੱਥੇ ਉੱਥੇ ਹੀ ਤੂੰ ਹੁਣ ਸਾਡਾ ਸਾਥ ਦਿੰਦਾ ਰਿਹਾ। ਭਾਵ ਅਸੀਂ ਤੇਰੀ ਸਹਾਇਤਾ ਕਰਦੇ ਰਹੇ ਹਾਂ। ਇਹ ਗੱਲ ਜਾ ਕੇ ਤੁਸੀਂ ਭਾਈ ਬਹਿਲੋ ਨੂੰ ਆਖਣੀ ਕਰੋ। ਜਨਮ ਮਰਨ ਕੋ ਕਸ਼ਟ ਮਿਟਾਏ, ਸਮਾਂ ਭਇਓ ਪ੍ਰਾਪਤ ਅਬ ਆਏ। ਤੇ ਜਾ ਕੇ ਕਹੋ ਭਾਈ ਬਹਿਲੋ ਨੂੰ ਕਿ ਹੁਣ ਆਪਣਾ ਤੁਹਾਡਾ ਜੀਵਨ ਦਾ ਭਲਾ ਕਰਵਾਉਣ ਦਾ ਸਮਾਂ ਆ ਗਿਆ ਵੀ ਹੁਣ ਤਾਂ ਉਹ ਸਮਾਂ ਹੈ ਵੀ ਤੁਹਾਡਾ ਜੰਮਣ ਮਰਨ ਦਾ ਜਿਹੜਾ ਹੁਣ ਗੇੜਾ ਹੈ ਉਹ ਕੱਟਣਾ ਹੈ ਅਸੀਂ। ਤੇ ਆਓ ਸਾਡੀ ਹਜ਼ੂਰੀ ਵਿੱਚ ਤੇ ਆਪਣੇ ਜੀਵਨ ਦਾ ਭਲਾ ਕਰ ਲੈਣਾ ਕਰੋ। ਅਨਕ ਜਨਮ ਮਹਿ ਕਾਲੀ ਕਾਲ, ਇਸ ਕੋ ਢਲ ਅਬ ਮਿਲਹਿ ਵਿਸਾਲ। ਅਤੇ ਭਾਈ ਬਹਿਲੋ ਨੂੰ ਕਹੋ ਵੀ ਤੂੰ ਤੇ ਬਹੁਤ ਹੁਣ ਪਹਿਲਾਂ ਘਾਲ ਕਮਾਈ ਕੀਤੀ ਹੈ ਤੇ ਉਹ ਘਾਲ ਕਮਾਈ ਹੁਣ ਸਫਲ ਕਰਨ ਦਾ ਵੇਲਾ ਹੈ ਵੀ ਹੁਣ ਤੁਸੀਂ ਆ ਕੇ ਆਪਣਾ ਗੁਰੂ ਨਾਨਕ ਦੇ ਘਰ ਤੋਂ ਕੀਤਾ ਹੋਇਆ ਜਿਹੜਾ ਸ਼ੁਭ ਕਰਮ ਹੈ ਉਹਦਾ ਫਲ ਪ੍ਰਾਪਤ ਕਰ ਲੈਣਾ ਕਰੋ। ਜਿਸ ਅੰਮ੍ਰਿਤ ਕੋ ਜਾਚਤ ਜਬੈ, ਸਮਾਂ ਜਾਨ ਪ੍ਰਾਪਤ ਸੋ ਅਬੈ। ਹਾਂ, ਜਿਸ ਅੰਮ੍ਰਿਤ ਦੀ ਤੂੰ ਉਦੋਂ ਇੱਛਾ ਰੱਖਦਾ ਸੀ ਉਹ ਜਾਣੋ ਵੀ ਹੁਣ ਪ੍ਰਾਪਤ ਤੁਹਾਨੂੰ ਕਰਨ ਦਾ ਸਮਾਂ ਹੈ। ਇਹ ਗੱਲ ਜਾ ਕੇ ਕਹੋ ਭਾਈ ਬਹਿਲੋ ਨੂੰ। ਸਿੱਖ ਸਤਿਗੁਰੂ ਜੀ ਦਾ ਹੁਕਮ ਸਾਰਾ ਬੜੇ ਪ੍ਰੇਮ ਨਾਲ ਸਰਵਣ ਕਰ ਰਿਹਾ ਹੈ। ਏਮ ਸੁਣ ਕੈ ਸਿੱਖ ਪੁਨਹ ਸਦਾਇਓ, ਸ੍ਰੀ ਗੁਰ ਕੋ ਫਰਮਾਨ ਬਤਾਇਓ। ਇਉਂ ਭਾਈ ਬਹਿਲੋ ਜੀ ਦੇ ਵੱਲੋਂ ਸਿੱਖ ਸਤਿਗੁਰੂ ਜੀ ਦਾ ਹੁਣ ਦੂਸਰੀ ਵਾਰ ਇਹ ਹੁਕਮ ਸੁਣ ਕੇ ਚਾਲੇ ਪਾ ਜਾਂਦਾ ਹੈ। ਅਨਕ ਜਨਮ ਕੋ ਮੇਲੀ ਹੈ, ਮੁਕਤ ਹੋਣ ਕੋ ਜਾਚਤ ਰਹੈ। ਸਤਿਗੁਰੂ ਜੀ ਦੇ ਸਿੱਖ ਨੇ ਹੁਣ ਜਾ ਪਹੁੰਚਣਾ ਕੀਤਾ ਫਫੜੇ ਪਿੰਡ ਤੇ ਮਿਲ ਲਿਆ ਜਾ ਕੇ ਭਾਈ ਬਹਿਲੋ ਨੂੰ ਤੇ ਕਹੀ ਗੱਲ, ਭਾਈ ਤੂੰ ਤਾਂ ਬਹੁਤ ਜਨਮਾਂ ਦਾ ਸਤਿਗੁਰੂ ਜੀ ਦੇ ਘਰ ਦਾ ਉਪਾਸ ਕਰਿਆ, ਹੁਣ ਤੇਰੀ ਕਲਿਆਣ ਦਾ ਸਮਾਂ ਹੈ। ਤੂੰ ਸਤਿਗੁਰੂ ਜੀ ਤੋਂ ਆਪਣੇ ਜੀਵਨ ਦਾ ਕਲਿਆਣ ਮੰਗਦਾ ਰਿਹਾ, ਜੰਮਣ ਮਰਨ ਦੇ ਫੇਰੇ ਮੁਕਾਉਣ ਦੀ ਗੱਲ ਕਰਦਾ ਰਿਹਾ। ਉਹ ਹੁਣ ਸਮਾਂ ਤੇਰਾ ਬਣ ਚੁੱਕਾ ਹੈ। ਸੋ ਅਬ ਸਮਾਂ ਪਹੁੰਚਿਓ ਆਏ, ਗੁਰ ਢੇਗ ਚਲੋ ਲਿਓ ਸੋ ਪਾਏ। ਸੋ ਹੁਣ ਉਹ ਤੁਹਾਡੇ ਤਾਂ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਨੀ ਆ, ਉਹ ਸਮਾਂ ਬਣ ਗਿਆ ਤੇ ਤੁਸੀਂ ਸਤਿਗੁਰੂ ਜੀ ਤੋਂ ਜਾ ਕਰਕੇ ਉਹ ਭਾਰੀ ਅਸੀਸ ਪ੍ਰਾਪਤ ਕਰ ਲੈਣੀ ਕਰੋ। ਹੁਣ ਬਹਿਲੋ ਚਕਰਿਤ ਹੋਏ ਰਹਿਓ, ਕੀਤੀ ਬਾਰ ਸੋਚਤ ਪੁਨ ਕਹਿਓ। ਹੁਣ ਜਦੋਂ ਸਿੱਖ ਨੇ ਸਾਰੀ ਗੱਲ ਬੜੇ ਵਿਸਥਾਰ ਨਾਲ ਕਹੀ ਨਾ, ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਉਹ ਜਦੋਂ ਸਾਰੀ ਗੱਲ ਸਿੱਖ ਨੇ ਸਤਿਗੁਰੂ ਜੀ ਦੇ ਵੱਲੋਂ ਕਹੀ ਹੈ ਤੇ ਭਾਈ ਬਹਿਲੋ ਸੁਣ ਕੇ ਬੜਾ ਚਕਰਾ ਗਿਆ, ਹੈਰਾਨ ਹੋ ਗਿਆ। ਮਨ ਵਿੱਚ ਵਾਰੀ-ਵਾਰੀ ਸੋਚ ਰਿਹਾ ਵੀ ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ, ਮੈਂ ਇੱਥੇ ਕਬਰ ਦੀ ਪੂਜਾ ਕਿਵੇਂ ਕਰਨ ਲੱਗ ਗਿਆ। ਮੈਂ ਸਤਿਗੁਰੂ ਜੀ ਤੋਂ ਕਦੋਂ ਅੰਮ੍ਰਿਤ ਦੀ ਜਾਚਨਾ ਕੀਤੀ, ਮੈਂ ਕਿਹੜੇ ਸਮੇਂ ਸਤਿਗੁਰੂ ਜੀ ਤੋਂ ਆਪਣੇ ਜੀਵਨ ਦੇ ਭਲੇ ਲਈ ਜੁਹਾਰ ਕੀਤੀ। ਮੈਂ ਅਗਿਆਨੀ ਜਾਣਤ ਨਾਹੀ, ਉਤੋ ਜਨਮ ਕਿਤ ਜਾਚਤ ਆਹੀ। ਹਾਂ, ਮੈਂ ਅਗਿਆਨੀ, ਮੈਂ ਮੂਰਖ, ਮੈਂ ਜਾਣਿਆ ਹੀ ਨਹੀਂ ਵੀ ਮੈਂ ਕਿਹੜੇ ਸਮੇਂ ਸਤਿਗੁਰੂ ਜੀ ਦੇ ਤਾਈਂ ਹੁਣ ਜਾਚਨਾ ਕੀਤੀ ਸੀ, ਕਿਹੜੇ ਸਮੇਂ ਮੈਂ ਸਤਿਗੁਰੂ ਜੀ ਦੀ ਸੇਵਾ ਕੀਤੀ ਤੇ ਸਤਿਗੁਰੂ ਜੀ ਨੇ ਮੈਨੂੰ ਕਿਵੇਂ ਕਿਵੇਂ ਰੱਖਣਾ ਕੀਤਾ। ਸਤਿਗੁਰ ਪਤਾ ਕੋਏ ਦਿਖਰਾਵੈ, ਨਿਜ ਸ਼ਕਤੀ ਕਰ ਮੋਹਿ ਬੁਲਾਵੈ। ਤੇ ਹੁਣ ਭਾਈ ਬਹਿਲੋ ਨੇ ਮਨ ਵਿੱਚ ਸੋਚਿਆ ਵੀ ਜੇ ਇਹੀ ਗੱਲ ਹੈ ਤਾਂ ਸਤਿਗੁਰੂ ਦੇਵ ਜੀ ਮੈਨੂੰ ਮੇਰੇ ਕੋਈ ਪੂਰਵਲੇ ਜਨਮ ਦੀ ਕੋਈ ਖਬਰ ਤਾਂ ਦੇਣ, ਹੁਣ ਮੈਨੂੰ ਪਤਾ ਤਾਂ ਲੱਗੇ ਨਾ ਵੀ ਸਤਿਗੁਰੂ ਜੀ ਨੇ ਆ ਮੇਰੇ ਤੇ ਉਪਕਾਰ ਕੀਤਾ ਸੀ ਤੇ ਕੋਈ ਸਤਿਗੁਰੂ ਦੇਵ ਆਪਣੀ ਕਲਾ ਵਰਤਾਉਣ ਤੇ ਮੈਨੂੰ ਆਪਣੇ ਤਾਈਂ ਬੁਲਾ ਲੈਣਾ ਕਰਨ। ਏਮ ਕਹਿ ਸਿੱਖ ਕੀ ਸੇਵਾ ਠਾਨੀ, ਨੇਮਿਓ ਗੁਰੂ ਦਿਸ਼ ਮਨ ਕਰਮ ਬਾਨੀ। ਆ ਤੇ ਇਉਂ ਭਾਈ ਬਹਿਲੋ ਜੀ ਨੇ ਉਹਨਾਂ ਬੜੇ ਅਦਬ ਨਾਲ ਆਏ ਸਿੱਖ ਦੀ ਸਾਰੀ ਗੱਲ ਸੁਣੀ ਹੈ, ਆਪਣੇ ਮਨ ਦੀ ਸਾਰੀ ਗੱਲ ਕਹੀ ਹੈ ਤੇ ਬੜੇ ਚਾਅ ਦੇ ਨਾਲ ਸਤਿਗੁਰੂ ਜੀ ਦੇ ਸਿੱਖ ਨੂੰ ਜਲ ਪਾਣੀ ਛਕਾਇਆ ਹੈ, ਮੁੱਠੀ ਚਾਪੀ ਵੀ ਕੀਤੀ ਹੈ। ਹੋਰ ਭਇਓ ਸਿੱਖ ਕਰਿਓ ਵਿਸਰਜਨ, ਹਾਥ ਬੰਦ ਕੇ ਬਹੁ ਬੇਨਤੀ ਭਨ। ਹਾਂ, ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਿਆ, ਸਿੱਖ ਨੇ ਹੁਣ ਅੰਮ੍ਰਿਤ ਵੇਲੇ ਦਾ ਜਿਹੜਾ ਆਪਣਾ ਨੇਮ ਹੈ ਨਿਭਾਇਆ ਹੈ। ਕੀ ਨੇਮ ਸੀ? ਹੁਣ ਆਪਣੇ ਤਾਂ ਹੀ ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਹੁਣ ਸਤਿਗੁਰੂ ਜੀ ਦੇ ਸਿੱਖ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਜਪਜੀ ਸਾਹਿਬ ਦਾ ਕੀਤਾ ਹੈ, ਸੰਧਿਆ ਵੇਲੇ ਦਾ ਵੀ ਨਿਤਨੇਮ ਕੀਤਾ, ਹੁਣ ਜਲ ਪਾਣੀ ਵੀ ਛਕਾਇਆ ਸੰਧਿਆ ਸਮੇਂ ਦਾ। ਅੰਮ੍ਰਿਤ ਵੇਲੇ ਦਾ ਜਦੋਂ ਦਿਨ ਚੜ੍ਹਿਆ ਹੈ, ਸਿੱਖ ਨੇ ਨੇਮ ਨਿਭਾ ਕੇ ਜਦੋਂ ਚਾਲਾ ਪਾਉਣਾ ਚਾਹਿਆ ਤੇ ਹੱਥ ਜੋੜ ਕੇ ਭਾਈ ਬਹਿਲੋ ਨੇ
ਬੜੀ ਨਿਮਰਤਾ ਨਿਰਵਾਣਤਾ ਸਹਿਤ ਇਉਂ ਬੇਨਤੀ ਕੀਤੀ ਹੈ। ਸਤਿਗੁਰ ਪਤਾ ਦੇਹ ਜਬ ਮੋਹੀ ਤਬ ਆਵਰ ਨਿਸ਼ਚੈ ਤਿਤ ਹੋਈ। ਮੈਂ ਸਤਿਗੁਰੂ ਦੇਵ ਜੀ ਦੇ ਤਾਂ ਹੀ ਆ ਜਾਵਾਂਗਾ ਜਦੋਂ ਮੈਨੂੰ ਸਤਿਗੁਰ ਦੇਵ ਕੋਈ ਮੈਨੂੰ ਪੂਰਬ ਦੀ ਕੋਈ ਗੱਲ ਦੱਸ ਦੇਣਗੇ ਤੇ ਮੈਂ ਉਹਨਾਂ ਦੀ ਹਜ਼ੂਰੀ ਵਿੱਚ ਆ ਕੇ ਸਤਿਗੁਰੂ ਜੀ ਦਾ ਉਪਦੇਸ਼ ਧਾਰਨ ਕਰ ਲਵਾਂਗਾ। ਇਉ ਸੁਣ ਗਇਓ ਸਿੱਖ ਗੁਰ ਪਾਸ ਸਰਬ ਭਾਂਤ ਕੀਨਸ ਅਰਦਾਸ। ਹੁਣ ਸਤਿਗੁਰੂ ਦੇਵ ਜੀ ਦੇ ਸਿੱਖ ਨੇ ਸਾਰੀ ਗੱਲ ਸੁਣੀ ਹੈ। ਭਾਈ ਬਹਿਲੋ ਨੇ ਕਿਹਾ ਵੀ ਸਤਿਗੁਰੂ ਦੇਵ ਮੈਨੂੰ ਦੱਸਣ ਦਾ ਸਹੀ ਵੀ ਮੈਂ ਕਿਹੜੇ ਸਮੇਂ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ, ਕਿਸ ਵੇਲੇ ਸਤਿਗੁਰੂ ਜੀ ਨੇ ਮੇਰੇ ਤੇ ਬਖਸ਼ਿਸ਼ ਕੀਤੀ, ਕੋਈ ਮੈਨੂੰ ਕੋਈ ਪੂਰਬਲੇ ਜਨਮ ਦੀ ਪੂਰਬਲੇ ਕਰਮ ਦੀ ਕੋਈ ਸਤਿਗੁਰ ਦੇਵ ਖਬਰ ਤਾਂ ਦੇਣ, ਕੋਈ ਆਪਣੀ ਕਲਾ ਤਾਂ ਵਰਤਾਉਣ ਤੇ ਮੈਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲੈਣ। ਹੁਣ ਇਹ ਸਾਰੀ ਗੱਲ ਬੜੇ ਵਿਸਥਾਰ ਨਾਲ ਭਾਈ ਬਹਿਲੋ ਨੇ ਕਈ ਸਿੱਖ ਨੇ ਸੁਣੀ ਹੈ। ਸਿੱਖ ਚਾਲਾ ਪਾ ਕੇ ਗੁਰੂ ਹਜ਼ੂਰੀ ਵਿੱਚ ਪਹੁੰਚਦਾ ਹੈ, ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਦਾ ਹੈ ਤੇ ਸਾਰੀ ਗੱਲ ਭਾਈ ਬਹਿਲੋ ਨੇ ਜੋ ਕਹੀ ਹੈ ਗੁਰੂ ਜੀ ਦੇ ਪ੍ਰਤੀ ਬੇਨਤੀ ਸਰੂਪ ਉਹ ਸਿੱਖ ਸਾਰੀ ਗੱਲ ਦੱਸਦਾ ਹੈ। ਪਤਾ ਚਹਤ ਕਹਿ ਮੈਂ ਅਗਿਆਨੀ ਭਾ ਅਧੀਨ ਕਹਿ ਬੇਨਤੀ ਬਾਨੀ। ਸਤਿਗੁਰ ਦੇਵ ਜੀ ਉਹਨੇ ਕਿਹਾ ਮੈਂ ਅਗਿਆਨੀ ਹਾਂ, ਮੈਨੂੰ ਨਹੀਂ ਪਤਾ ਵੀ ਪੂਰਬਲੇ ਜਨਮ ਦੇ ਵਿੱਚ ਮੈਂ ਕਿਵੇਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਣਾ ਕੀਤਾ। ਤੇ ਉਹਨੇ ਸਤਿਗੁਰ ਦੇਵ ਜੀ ਬੜੀ ਅਧੀਨਗੀ ਸਹਿਤ ਇਉਂ ਬੇਨਤੀ ਕੀਤੀ ਹੈ। ਦੋਹਰਾ ਤਿਸ ਕੇ ਪੂਰਬ ਜਨਮ ਕੋ ਪਤਾ ਲਿਖਿਓ ਗੁਰ ਰਾਏ ਕਾਗਦ ਕਰਕੇ ਖਾਮ ਕੋ ਦੀਨੋ ਸਿੱਖ ਪਠਾਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸਾਰੀ ਗੱਲ ਸਿੱਖ ਦੀ ਸੁਣਦੇ ਐ ਤੇ ਉਸੇ ਵੇਲੇ ਮਹਾਰਾਜ ਸਿੱਖ ਨੂੰ ਆਖ ਕੇ ਨਾ ਕਾਗਜ਼ ਤੇ ਕਲਮ ਮੰਗਾਉਂਦੇ ਆ ਤੇ ਸਾਰੇ ਉਹਦੇ ਪੂਰਵ ਜਨਮ ਦੀ ਕੁਝ ਗੱਲ ਨਾ ਕਾਗਜ਼ ਤੇ ਕਲਮ ਮੱਧ ਕਰ ਦਿੰਦੇ ਐ ਤੇ ਸਿੱਖ ਦੇ ਹੱਥ ਵਿੱਚ ਫੜਾ ਦਿੰਦੇ ਆ ਵੀ ਜਾ। ਹੁਣ ਸਿੱਖ ਤੀਸਰੀ ਵਾਰ ਸਤਿਗੁਰੂ ਜੀ ਦਾ ਸੰਦੇਸ਼ਾ ਲੈ ਕੇ ਉਹ ਹੁਕਮਨਾਮਾ ਲੈ ਕੇ ਭਾਈ ਬਹਿਲੋ ਜੀ ਵੱਲ ਆਉਂਦਾ ਹੈ। ਜੋ ਭਈ ਬਹਿਲੋ ਨਿਕਟ ਸਿੱਖ ਪੁਨ ਆਇਓ ਗੁਰ ਹੁਕਮ ਨਾਮੋ ਜੋ ਦਿਖਰਾਇਓ। ਤੇ ਸਤਿਗੁਰੂ ਦੇਵ ਜੀ ਦਾ ਸਿੱਖ ਤੀਸਰੀ ਵਾਰ ਪਹੁੰਚ ਜਾਂਦਾ ਹੈ ਭਾਈ ਬਹਿਲੋ ਦੇ ਕੋਲ ਤੇ ਜਾ ਕੇ ਸਤਿਗੁਰੂ ਜੀ ਦਾ ਹੁਕਮਨਾਮਾ ਦਿਖਾਉਂਦਾ ਹੈ। ਜੇਕਰ ਸਿੱਖ ਦੇ ਸਿਰ ਪਰ ਰੱਖਿਓ ਖੋਲਿਓ ਕਾਗਦ ਪਟ ਸਭ ਲਖਿਓ। ਤੇ ਬੜੇ ਆਦਬ ਦੇ ਨਾਲ ਭਾਈ ਬਹਿਲੋ ਨੇ ਜਿਹੜਾ ਸਖੀ ਸਰਵਰ ਦਾ ਬਹੁਤ ਵੱਡਾ ਉਪਾਸ਼ਕ ਹੈ ਤੇ ਉਹਨੇ ਸਤਿਗੁਰੂ ਜੀ ਦਾ ਹੁਕਮਨਾਮਾ ਉਹ ਚਿੱਠੀ ਆਪਣੇ ਮੱਥੇ ਦੇ ਨਾਲ ਸੁਹਾਈ ਹੈ, ਅਦਬ ਕੀਤਾ ਹੈ। ਫਿਰ ਉਸ ਚਿੱਠੀ ਨੂੰ ਖੋਲ ਕੇ ਇਉਂ ਪੜ੍ਹਿਆ ਹੈ। ਪ੍ਰਥਮ ਜਨਮ ਕੇ ਇੱਕ ਦੋਏ ਪਤੇ ਪਾਠ ਕਰ ਆਚਾਰਜ ਚੇਤ ਮਹਿ ਅਤੇ। ਸਤਿਗੁਰੂ ਜੀ ਦੇ ਦੁਆਰਾ ਹੁਣ ਜਿਹੜਾ ਚਿੱਠੀ ਵਿੱਚ ਲਿਖਿਆ ਸੀ ਉਹਨੇ ਜਦੋਂ ਆਪਣੇ ਤੇ ਪੜ੍ਹਨਾ ਕੀਤਾ ਆਪਣੇ ਪੂਰਵ ਜਨਮ ਦੀਆਂ 2-3 ਘਟਨਾਵਾਂ ਤੇ ਬਹੁਤ ਜ਼ਿਆਦਾ ਚਿੱਤ ਵਿੱਚ ਹੈਰਾਨ ਹੋਇਆ ਤੇ ਮਨ ਵਿੱਚ ਸੋਚਣ ਲੱਗਿਆ ਅਤੇ ਇਉਂ ਨਿਸ਼ਚਾ ਕੀਤਾ। ਹਰ ਵਿਚਾਰ ਉਰੇ ਮਠਹਿਰਾਈ ਜਾਨੋ ਬਨ ਹੈ ਗੁਰੂ ਸ਼ਰਨਾਈ। ਤੇ ਮਨ ਵਿੱਚ ਸੋਚਿਆ ਵੀ ਮਨਾ ਹੁਣ ਤਾਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾਣਾ ਹੀ ਪਏਗਾ। ਕਿਉਂਕਿ ਸਤਿਗੁਰੂ ਜੀ ਨੇ ਆ ਜਿਹੜੀ ਚਿੱਠੀ ਵਿੱਚ ਪੂਰਵ ਜਨਮ ਦੀ ਮੇਰੀ ਗੱਲ ਲਿਖੀ ਹੈ ਇਹ ਤੇ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਮੈਨੂੰ ਇਹਨਾਂ ਸੰਕਟਾਂ 'ਚ ਉਭਾਰਨਾ ਤੇ ਬਚਾਉਣਾ ਕੀਤਾ ਸੀ ਤੇ ਮੈਂ ਬੇਨਤੀਆਂ ਕਰਦਾ ਰਿਹਾ ਹਾਂ। ਜੇ ਅਬ ਭਾਗ ਜਗੇ ਕੁਛ ਮੇਰੇ ਮਿਟ ਹੈ ਜਗਤ ਬੰਧਨ ਦੁਖ ਘੇਰੇ। ਤੇ ਜੇ ਹੁਣ ਮੇਰੇ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਭਾਈ ਬਹਿਲੋ ਮਨ ਵਿੱਚ ਸੋਚਦਾ ਹੈ ਕੋਈ ਪੂਰਬਲੇ ਕਰਮ ਜਾਗੇ ਹੈ ਤਾਂ ਮੈਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਣਾ ਚਾਹੀਦਾ ਹੈ ਤੇ ਆਪਣੇ ਸੰਸਾਰਕ ਮੋਹ ਮਾਇਆ ਦੇ ਝੂਠੇ ਬੰਧਨਾਂ ਤੋਂ ਖਲਾਸੀ ਪਾ ਲੈਣੀ ਚਾਹੀਦੀ ਹੈ। ਜੇ ਸਹਿਤ ਮਨ ਜਨ ਕਰਹਿ ਉਪਾਏ ਰਾਜ ਵਿਭੂਤ ਤਜਹ ਸਮੁਦਾਏ। ਤੇ ਜਿਸ ਸੰਸਾਰੀ ਬੰਧਨਾਂ ਤੋਂ ਛੁੱਟਣ ਦੇ ਲਈ ਬੜੇ ਬੜੇ ਹੁਣ ਮੁਨੀ ਲੋਕ ਤਪਸਵੀ ਲੋਕ ਯਤਨ ਕਰਦੇ ਹੈ। ਬੜੇ ਬੜੇ ਭਰਤਰੀ ਵਰਗੇ ਰਾਜਿਆਂ ਨੇ ਆਪਣੇ ਰਾਜ ਦਾ ਪਰਿਤਿਆਗ ਕਰ ਦੇਣਾ ਕੀਤਾ। ਹੁਣ ਉਹ ਆ ਪਦਵੀ ਮੈਨੂੰ ਜੇ ਗੁਰੂ ਸ਼ਰਨ ਵਿੱਚ ਜਾਇਆ ਮਿਲਦੀ ਹੈ ਮਨਾ ਤੇ ਆਪਾਂ ਨੂੰ ਗੁਰੂ ਚਰਨਾਂ ਵਿੱਚ ਚਲੇ ਜਾਣਾ ਚਾਹੀਦਾ। ਇਉਂ ਭਾਈ ਬਹਿਲੋ ਹੁਣ ਮਨ ਹੀ ਨਾਲ ਝਗੜਾ ਮਨ ਹੀ ਨਾਲ ਮਸਲਤ ਮਨ ਹੀ ਮੰਝ ਸਮਾਏ ਮਨ ਵਿੱਚ ਇਉਂ ਵਿਚਾਰਾਂ ਕਰਦੇ ਹੈ। ਅਨਕ ਭਾਂਤ ਕੇ ਤਪ ਕਹੋ ਤਾਪਤ ਕਰਹਿ ਜੋਗ ਜਿਸ ਹਿਤ ਦੋਹ ਪ੍ਰਾਪਤ। ਅਨੇਕਾਂ ਪ੍ਰਕਾਰ ਦੇ ਹੁਣ ਤਪਸਵੀ ਸਾਧਨਾ ਕਰਦੇ ਐ ਬੜੇ ਜੋਗੀ ਜੀ ਜੋ ਕਮਾਉਂਦੇ ਐ ਹੁਣ ਕਠਿਨ ਤਪੱਸਿਆ ਕਰਦੇ ਆ ਵੀ ਸਾਨੂੰ ਜੇਕਰ ਖਲਾਸੀ ਮਿਲ ਜਾਏ ਕਿਉਂਕਿ ਇਹ ਸਭ ਤੋਂ ਵੱਡਾ ਖਾਲਸਾ ਜੀ ਜੀਵਨ ਦੇ ਵਿੱਚ ਜਿਹੜਾ ਜਨਮ ਹੈ ਨਾ ਜਗਿਆਸੂ ਨੂੰ ਇਹ ਸਮਝ ਪੈਂਦੀ ਹੈ
ਉਹ ਜਿਹੜੇ ਅਸੀਂ ਨਿਮਰ ਜੀਵਨ ਜਿਉਣ ਵਾਲੇ ਲੋਕ ਆ, ਸਾਨੂੰ ਨਹੀਂ ਇਹਨਾਂ ਗੱਲਾਂ ਦਾ ਜੇ ਬਹੁਤਾ ਅਹਿਸਾਸ, ਪਰ ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਕਿ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਹਰ ਗਰਭ ਵਸੇਰਾ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ, ਤੇ ਵਿਛੋੜੇ ਦਾ ਅਹਿਸਾਸ ਉਹਨੂੰ ਹੁੰਦਾ ਜਿਹਨੇ ਆਪਣੇ ਤਾਈਂ ਵੈਰਾਗ ਨੂੰ ਧਾਰਿਆ। ਤੇ ਵੈਰਾਗ ਉਹ ਧਾਰਨ ਕਰਦਾ ਜਿਹਦੇ ਤਾਈਂ ਮਾਇਆ ਦੀ ਮਮਤਾ ਛੁੱਟ ਜਾਂਦੀ ਹੈ। ਤੇ ਜਿਨ੍ਹਾਂ ਤਾਈਂ ਮਮਤਾ ਛੁੱਟ ਜਾਂਦੀ ਉਹ ਵੈਰਾਗੀ ਹੋ ਜਾਂਦੇ ਆ। ਤੇ ਜਿਹੜੇ ਵੈਰਾਗੀ ਹੁੰਦੇ ਆ ਨਾ, ਉਹ ਫਿਰ ਤਿਆਗੀ ਹੁੰਦੇ ਆ। ਤੇ ਜਿਨ੍ਹਾਂ ਦੇ ਜੀਵਨ ਵਿੱਚ ਤਿਆਗ ਹੁੰਦਾ ਤੇ ਉਹ ਫਿਰ ਤਿਆਗ ਹੋਣ ਦੇ ਕਾਰਨ ਕਰਕੇ ਹੁਣ ਆਪਣੇ ਤਾਈਂ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਤੋਂ ਮੁਕਤ ਹੋ ਜਾਂਦੇ ਆ। ਜਿਸ ਭਾਵਤ ਮਹਾਰਾਜ ਬਾਣੀ 'ਚ ਬਚਨ ਕਰਦੇ, ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ। ਉਹ ਫਿਰ ਇਹਨਾਂ ਵਿਸ਼ਿਆਂ ਨੂੰ ਤਿਆਗਦੇ ਹੈ। ਤੇ ਹੁਣ ਸਤਿਗੁਰੂ ਜੀ ਦੇ ਸ਼ਰਨ ਵਿੱਚ ਜਾਣ ਦਾ ਭਾਈ ਬਹਿਲੋ ਇਉਂ ਮਨ ਬਣਾਉਂਦਾ ਹੈ। ਸੁਤ ਬੰਤਾ ਕੋ ਤਿਆਗ ਹੈ ਮੋਹ, ਵਿਚ ਰਹਿ ਸਦਾ ਏਕਾਕੀ ਹੋ। ਹਾਂ, ਤੇ ਮੈਨੂੰ ਹੁਣ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ। ਪੁੱਤਰ ਦਾ, ਪਤਨੀ ਦਾ, ਪਰਿਵਾਰ ਦਾ ਮੋਹ ਤਿਆਗਣਾ ਚਾਹੀਦਾ ਤੇ ਇਕੱਲੇ ਰਹਿ ਕੇ ਆਪਣੇ ਜੀਵਨ ਦੀ ਘਾਟ ਘੜਨੀ ਚਾਹੀਦੀ ਹੈ। ਨੇਤਾ ਪ੍ਰਤਮ ਪੂਜਕ ਸਰਵਰ, ਅਨਸਾਰੀ ਮੇਰੇ ਹੈ ਬਹੁ ਨਰ। ਆਪਾਂ ਹੁਣ ਮਨ ਵਿੱਚ ਸੋਚਦਾ ਵੀ ਮੈਂ ਤਾਂ ਰੋਜ਼ ਹੀ ਸਖੀ ਸਰਵਰ ਦੀ ਕਬਰ ਦੀ ਪੂਜਾ ਕਰਦਾ, ਤੇ ਮੇਰੇ ਕਹੇ ਤੇ ਵੀ ਕਿੰਨੇ ਲੋਕ ਹੁਣ ਇੱਥੇ ਆ ਕੇ ਚਾਦਰਾਂ ਚੜਾਉਂਦੇ ਆ, ਕਿੰਨੇ ਲੋਕ ਰੋਟ ਪਕਾਉਂਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਮਨ ਵਿੱਚ ਸੋਚਦਾ ਹੈ। ਅਬ ਮੈਂ ਗਮਨੋ ਸਤਿਗੁਰ ਪਾਸ, ਪਰੋਂ ਸ਼ਰਨ ਕਰਕੇ ਅਰਦਾਸ। ਔਰ ਮੈਨੂੰ ਹੁਣ ਸਤਿਗੁਰੂ ਜੀ ਦੀ ਸ਼ਰਨ ਵਿੱਚ ਚਲੇ ਜਾਣਾ ਚਾਹੀਦਾ। ਮੈਨੂੰ ਜਾ ਕੇ ਗੁਰੂ ਚਰਨਾਂ ਦੇ ਢਹਿ ਕੇ ਬੇਨਤੀ ਕਰਨੀ ਚਾਹੀਦੀ ਹੈ ਵੀ ਮਹਾਰਾਜ, ਵੀ ਮੈਂ ਤੇ ਹੁਣ ਆਪ ਜੀ ਦੀ ਸ਼ਰਨ ਵਿੱਚ ਆ ਗਏ। ਜਿਵੇਂ ਬਾਣੀ ਦੇ ਬਚਨ ਆਪਾਂ ਪੜ੍ਹਦੇ ਆ ਨਾ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਿਤਰਾਈ ਉਪਮਾ ਤੇ ਬੈ ਸੰਤ ਰਜਾਰ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਅਬ ਹਮ ਤਨ ਦਿਓ ਹੈ ਡਾਰ। ਇਉਂ ਭਾਈ ਬਹਿਲੋ ਮਨ ਵਿੱਚ ਦ੍ਰਿੜ ਸੰਕਲਪ ਕਰਦਾ ਹੈ। ਕਹਿ ਗਮਨੋ ਮਮ ਸ੍ਰੇ ਜੋ ਹੈ, ਤੋ ਸਰਵਰ ਮੁਝ ਕਛ ਨਾ ਕਹੈ। ਹਾਂ, ਤੇ ਇਉਂ ਜੇ ਮੈਂ ਉੱਥੇ ਚਲਾ ਜਾਵਾਂਗਾ ਤਾਂ ਸਤਿਗੁਰ ਦੇਵ ਅਵਸ਼ ਮੇਰੀ ਕਲਿਆਣ ਕਰ ਦੇਣਗੇ ਤੇ ਸਖੀ ਸਰਵਰ ਦਾ ਫਿਰ ਮੇਰੇ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਪੂਰਬ ਕਰਮਨ ਕੋ ਸਭ ਫਲੈ, ਅਸ ਗੈ ਨਦ ਸਤਿਗੁਰ ਜੇ ਮਿਲੈ। ਹਾਂ, ਇਹ ਤਾਂ ਵਾਕਈ ਮੇਰੇ ਕੋਈ ਪੂਰਵਲੇ ਕਰਮ ਹੈ ਜਿਹਦੇ ਕਰਕੇ ਮੈਨੂੰ ਇਹ ਸਤਿਗੁਰੂ ਜੀ ਦੀ ਸੰਗਤ, ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਹਾਸਲ ਹੋ ਰਹੀ ਹੈ। ਤੇ ਹੁਣ ਮੈਨੂੰ ਸਤਿਗੁਰੂ ਜੀ ਨੇ ਗਿਆਨ ਵੀ ਕਰਵਾ ਦਿੱਤਾ ਹੈ ਵੀ ਵਾਕਈ ਮੈਂ ਪੂਰਵ ਜਨਮ ਦੇ ਵਿੱਚ ਸਤਿਗੁਰ ਦੇਵ ਜੀ ਤੁਹਾਡਾ ਹੀ ਸੇਵਕ ਹਾਂ ਤੇ ਮੈਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ। ਇਉਂ ਭਾਈ ਬਹਿਲੋ ਮਨ ਵਿੱਚ ਦ੍ਰਿੜ ਸੰਕਲਪ ਕਰਦਾ ਹੈ। ਭਾਈ ਗੁਰੂਦੇਵ ਜੀ ਦੀ ਸ਼ਰਨ ਵਿੱਚ ਚੱਲ ਗਏ। ਹੁਣ ਭਾਈ ਬਹਿਲੋ ਜੀ ਕਿਵੇਂ ਗੁਰੂ ਹਜ਼ੂਰੀ ਵਿੱਚ ਆਉਂਦੇ ਆ ਤੇ ਸਤਿਗੁਰ ਦੇਵ ਇਹਨਾਂ ਨੂੰ ਕਿਵੇਂ ਪਵਿੱਤਰ ਉਪਦੇਸ਼ ਦ੍ਰਿੜ ਕਰਵਾਉਂਦੇ ਆ, ਇਹ ਕਿਵੇਂ ਸੇਵਾ ਕਰਦੇ ਆ ਗੁਰੂ ਘਰ ਵਿੱਚ, ਤੇ ਕਿਵੇਂ ਸਤਿਗੁਰ ਦੇਵ ਇਹਨਾਂ ਨੂੰ ਮਹਾਨ ਮੁਰਾਤਬਾ ਬਖਸ਼ਿਸ਼ ਕਰਦੇ ਆ, ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਵਿਚਾਰਨ ਦਾ ਯਤਨ ਤੇ ਪ੍ਰਯਤਨ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਪਾਤਸ਼ਾਹ ਦਇਆ ਕਰਨ। ਸਾਨੂੰ ਵੀ ਆਪਣੇ ਚਰਨਾਂ ਦਾ ਪਿਆਰ, ਗੁਰੂ ਉਪਦੇਸ਼ ਕਮਾਉਣ ਦੀ ਸੋਝੀ ਸਮਝ ਸਮਰੱਥਾ ਪ੍ਰਦਾਨ ਕਰਨ। ਆਓ ਅਖੀਰਲੀਆਂ ਦੋ ਪੰਗਤੀਆਂ ਪੜ੍ਹ ਇੱਥੇ ਇਸ ਪ੍ਰਸੰਗ ਨੂੰ ਵਿਰਾਮ ਦੇਈਏ ਜੀ। ਪੂਰਬ ਕਰਮਨ ਕੋ ਸਭ ਫਲੈ, ਅਸ ਗੈ ਨਦ ਸਤਿਗੁਰ ਜੇ ਮਿਲੈ। ਏ ਅਚੁੱਤ ਏ ਪਾਰ ਬ੍ਰਹਮ, ਅਬਨਾਸੀ ਅਗਨਾਸ, ਏ ਪੂਰਨ ਏ ਸਰਬ ਮੈਂ, ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਆਪਰੰਪਰ ਹਰ ਹਰੇ, ਹੈ ਪੀਓ ਵਣਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹਉ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਆਏ ਪ੍ਰਭ ਸਰਣਾਗਤੀ,
ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ